Hello students, good morning, good afternoon, good evening. Welcome to Tops Hop Academy. ਤਾਂ ਅੱਜ ਅਸੀਂ ਕਨਸਟੀਟਿਊਸ਼ਨ ਦਾ ਥਰਡ ਜੋ ਟੌਪਿਕ ਹੈ ਸਿਟੀਜ਼ਨਸ਼ਿਪ ਉਹ ਅਸੀਂ ਕਰਨ ਜਾ ਰਹੇ ਹਾਂ ਪਾਰਟ 2 ਸਿਟੀਜ਼ਨਸ਼ਿਪ ਲੈਕਚਰ ਥਰਡ ਹੈਗਾ ਜੀ ਤੁਹਾਡਾ। ਤਾਂ ਅਸੀਂ ਪਹਿਲੇ ਜੋ ਪੜ੍ਹਿਆ ਸੀਗਾ ਅਸੀਂ ਕਨਸਟੀਟਿਊਸ਼ਨ ਦੇ ਸਟਰਕਚਰ ਫੀਚਰਸ ਪੜ੍ਹੇ, ਦੈਨ ਅਸੀਂ ਪ੍ਰੈਂਬਲ ਪੜ੍ਹੇ ਲੈਕਚਰ ਵਿੱਚ, ਫਿਰ ਅਸੀਂ ਸ਼ਡਿਊਲ ਪੜ੍ਹੇ। ਤਾਂ ਅੱਜ ਅਸੀਂ ਜੋ ਪਾਰਟ ਸੈਕਿੰਡ ਹੈਗਾ ਤਾਂ ਉਹਦੇ ਵਿੱਚ ਅਸੀਂ ਕੀ ਬੱਚੇ ਪੜ੍ਹਾਂਗੇ ਸਿਟੀਜ਼ਨਸ਼ਿਪ ਜੋ 5 ਤੋਂ 11 ਆਰਟੀਕਲ ਮੈਂਸ਼ਨ ਹੈਗਾ। ਤਾਂ ਸਭ ਤੋਂ ਪਹਿਲੇ ਸਾਨੂੰ ਨਾਗਰਿਕਤਾ ਬਾਰੇ ਜਾਣਨਾ ਜ਼ਰੂਰੀ ਹੈ ਕਿ ਸਿਟੀਜ਼ਨਸ਼ਿਪ ਕੀ ਹੈਗਾ। ਇਹ ਬੱਚੇ ਸਿਟੀਜ਼ਨਸ਼ਿਪ ਹੈ ਕੋਈ ਵੀ ਇੰਡੀਆ ਦੇ ਵਿੱਚ ਪੱਕੇ ਤੌਰ 'ਤੇ ਰਹਿ ਰਿਹਾ ਤਾਂ ਉਹਨਾਂ ਨੂੰ ਇੱਕ ਪ੍ਰੀਮੀਅਮ ਲੈਵਲ ਦੇ ਕੁਝ ਕੁ ਰਾਈਟਸ ਦਿੱਤੇ ਜਾਂਦੇ ਨੇ, ਉਹ ਸਿਟੀਜ਼ਨਸ਼ਿਪ ਹੁੰਦੀ ਹੈ। ਜਿਵੇਂ ਕੋਈ ਵਿਦੇਸ਼ ਤੋਂ ਵੀ ਇੱਥੇ ਆ ਕੇ ਰਹਿ ਰਿਹਾ ਤਾਂ ਉਹਨਾਂ ਨੂੰ ਕੀ ਰਾਈਟਸ ਦਿੱਤੇ ਗਏ ਆ। ਜਿਹੜਾ ਇੱਥੇ ਪੱਕੇ ਤੌਰ 'ਤੇ ਰਹਿ ਰਿਹਾ ਜੋ ਇੰਡੀਆ ਦੇ ਵਿੱਚ ਹੀ ਜਨਮ ਹੋਇਆ ਉਹਨਾਂ ਨੂੰ ਇੱਕ ਪ੍ਰੀਮੀਅਮ ਲੈਵਲ ਦੇ ਰਾਈਟਸ ਹੈਗੇ ਆ। ਜਿਵੇਂ ਕਿ ਕੋਈ ਬਾਹਰ ਦਾ ਇੱਥੇ ਆ ਕੇ ਰਹਿ ਰਿਹਾ ਤਾਂ ਉਹ ਕਿਹਦੇ 'ਚ ਪਾਰਟੀਸਪੇਟ ਕਰ ਸਕਦਾ ਹੈ, ਕਿਸ ਵਿੱਚ ਨਹੀਂ ਕਰ ਸਕਦਾ, ਤਾਂ ਉਹ ਅਸੀਂ ਅੱਜ ਪੂਰੇ ਵਿਸਤਾਰ ਦੇ ਨਾਲ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਜੋ ਸਿਟੀਜ਼ਨਸ਼ਿਪ ਵਰਡ ਹੈ ਤਾਂ ਉਹ ਸਭ ਤੋਂ ਪਹਿਲਾਂ ਯੂਜ਼ ਸਿਟੀਜ਼ਨਸ਼ਿਪ ਦਾ ਕਿਸ ਨੇ ਕੀਤਾ ਸੀਗਾ ਤਾਂ ਅਰਸਤੂ ਨੇ ਸਭ ਤੋਂ ਪਹਿਲਾਂ ਸਿਟੀਜ਼ਨਸ਼ਿਪ ਵਰਡ ਦਾ ਯੂਜ਼ ਕਰਿਆ ਸੀਗਾ, ਅਰਸਤੂ ਨੇ। ਤਾਂ ਬੱਚੇ ਸਭ ਤੋਂ ਪਹਿਲੇ ਅਸੀਂ ਜੋ ਨਾਗਰਿਕਤਾ ਬਾਰੇ ਪੜ੍ਹਦੇ ਹਾਂ, ਦੇਖੋ ਜਿਵੇਂ ਨਾਗਰਿਕਤਾ ਹੈ 5 to 11 ਇਹਦੇ ਵਿੱਚ ਆਰਟੀਕਲ ਨੇ, ਟੋਟਲ ਕਿੰਨੇ ਹੈਗੇ ਆ 7 ਆਰਟੀਕਲ ਹੈਗੇ ਆ ਸਿਟੀਜ਼ਨਸ਼ਿਪ ਵਿੱਚ। ਹੁਣ ਅਸੀਂ ਪਹਿਲੇ 5th ਜੋ ਹੈਗਾ ਅਨੁਛੇਦ ਸਿਟੀਜ਼ਨਸ਼ਿਪ ਦਾ ਹੈਗਾ ਉਹਦੇ ਵਿੱਚ ਕੀ ਹੈਗਾ ਅਸੀਂ ਪੜ੍ਹਦੇ ਹਾਂ। ਤਾਂ ਸਿਟੀਜ਼ਨਸ਼ਿਪ ਔਨ ਇੰਪਲੀਮੈਂਟੇਸ਼ਨਸ ਆਫ ਦਾ ਕਨਸਟੀਟਿਊਸ਼ਨ, ਸੰਵਿਧਾਨ ਦੇ ਲਾਗੂ ਹੋਣ ਤੇ ਨਾਗਰਿਕਤਾ। ਤਾਂ 5th ਆਰਟੀਕਲ ਵਿੱਚ ਕੀ ਹੈਗਾ ਅੱਗੇ ਪੜ੍ਹਦੇ ਹਾਂ ਜੀ। ਇੱਕ ਵਿਅਕਤੀ ਜਿਸ ਦਾ ਭਾਰਤ ਵਿੱਚ ਨਿਵਾਸ ਸੀ ਅਤੇ ਉਸਨੇ 3 ਕੰਡੀਸ਼ਨ ਵਿੱਚੋਂ ਕਿਸੇ ਇੱਕ ਨੂੰ ਪੂਰਾ ਕੀਤਾ ਤਾਂ ਉਹ ਇੱਥੋਂ ਦਾ ਸਿਟੀਜ਼ਨਸ਼ਿਪ ਉਹਨੂੰ ਮਿਲ ਚੁੱਕੀ ਹੈ। ਜੇਕਰ ਉਹ ਭਾਰਤ ਵਿੱਚ ਪੈਦਾ ਹੋਇਆ ਸੀ, ਠੀਕ ਹੈ ਬੱਚੇ, ਜੇਕਰ ਉਹ ਭਾਰਤ ਵਿੱਚ ਪੈਦਾ ਹੋਇਆ ਸੀਗਾ, ਦੈਨ ਅੱਗੇ ਕੀ ਹੈਗਾ, ਜੇਕਰ ਉਸਦੇ ਪੇਰੈਂਟਸ ਵਿੱਚੋਂ ਕੋਈ ਵੀ ਭਾਰਤ ਵਿੱਚ ਪੈਦਾ ਹੋਇਆ ਸੀ, ਜੇਕਰ ਉਹ ਸੰਵਿਧਾਨ ਦੇ ਲਾਗੂ ਹੋਣ ਤੋਂ ਭਾਰਤ ਪਹਿਲਾਂ 5 ਸਾਲਾਂ ਲਈ ਇੰਡੀਆ ਵਿੱਚ ਆਮ ਤੌਰ 'ਤੇ ਰਿਹਾ ਹੈ, ਇੰਡੀਆ ਦਾ ਨਾਗਰਿਕ ਬਣ ਗਿਆ ਹੈ। ਤਾਂ ਇਹਦੇ ਵਿੱਚ ਕੀ ਹੈਗਾ ਮੈਂ ਤੁਹਾਨੂੰ ਇੱਕ ਦੇਸੀ ਜੀ ਭਾਸ਼ਾ ਵਿੱਚ ਦੱਸਦੀ ਹਾਂ। ਜੋ 5th ਆਰਟੀਕਲ ਦੇ ਵਿੱਚ ਕੀ ਕਹਿੰਦਾ ਹੈ, ਕਹਿੰਦੇ ਜਾਂ ਤਾਂ ਉਹਦਾ ਜਨਮ ਭਾਰਤ ਵਿੱਚ ਹੋਇਆ ਹੋਵੇ, ਠੀਕ ਹੈ, ਫਸਟ ਕੰਡੀਸ਼ਨ ਜੋ ਅਸੀਂ ਪਿੱਛੇ ਪੜ੍ਹੀ ਸੀਗੀ, ਓਕੇ, ਜਾਂ ਤਾਂ ਉਹਦਾ ਜਨਮ ਜੋ ਇੰਡੀਆ ਵਿੱਚ ਹੋਇਆ ਹੋਵੇ, ਜਾਂ ਪੇਰੈਂਟਸ ਦਾ ਜਨਮ ਇੰਡੀਆ ਵਿੱਚ ਹੋਇਆ ਹੋਵੇ, ਜਾਂ ਬੱਚੇ ਜਿਵੇਂ ਜੋ ਸੀ ਹੈਗੀ ਹੈ ਇਹਦੇ ਵਿੱਚ ਕੀ ਕਹਿੰਦੇ ਆ ਕਿ ਸੰਵਿਧਾਨ ਲਾਗੂ 26 ਜਨਵਰੀ 1950, ਠੀਕ ਹੈ। ਸੰਵਿਧਾਨ ਲਾਗੂ ਕਦੋਂ ਹੋਇਆ 26 ਜੈਨ 1950 ਦੇ ਵਿੱਚ, ਠੀਕ ਹੈ। ਤਾਂ ਹੋਣ ਤੋਂ ਲਾਗੂ ਹੋਣ ਤੋਂ 5 ਸਾਲ ਪਹਿਲੇ ਰਹਿ ਰਿਹਾ ਹੈ ਤਾਂ ਉਸ ਨੂੰ ਵੀ ਨਾਗਰਿਕਤਾ ਦਿੱਤੀ ਜਾਏਗੀ। ਬੱਚੇ ਥਰਡ ਕੰਡੀਸ਼ਨ ਇਹ ਕਹਿੰਦੀ ਹੈ ਜਦੋਂ ਵੀ ਸਾਡਾ ਸੰਵਿਧਾਨ 26 ਜੈਨ 1950 ਦੇ ਵਿੱਚ ਹੋਇਆ ਉਸ ਤੋਂ ਪਹਿਲੇ 5 ਸਾਲ ਜੇਕਰ ਉਹ ਰਹਿ ਰਿਹਾ ਤਾਂ 5th ਆਰਟੀਕਲ ਦੇ ਥਰੂ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੇਗੀ। ਤਾਂ ਇਹ ਬਿਲਕੁਲ ਸਿੰਪਲ ਹੈਗਾ। ਤਾਂ ਨੈਕਸਟ ਅਸੀਂ ਚੱਲਦੇ ਹਾਂ 6th ਆਰਟੀਕਲ। ਦੇਖੋ ਜਿਹੜਾ 6th ਤੇ 7th ਆਰਟੀਕਲ ਹੈ, ਜਦੋਂ ਇੰਡੀਆ ਡਿਵਾਈਡ ਹੋਇਆ ਸੀ ਇੰਡੀਆ ਐਂਡ ਪਾਕਿਸਤਾਨ ਤਾਂ ਉਸ ਟਾਈਮ ਇਹ 6th ਔਰ 7th ਜੋ ਆਰਟੀਕਲ ਹੈ ਬਣਾਇਆ ਗਿਆ ਸੀਗਾ। ਤਾਂ ਅੱਜ ਦੀ ਡੇਟ ਵਿੱਚ ਇਹਨਾਂ ਦਾ ਕੋਈ ਜੋ ਜ਼ਿਆਦਾ ਮਹੱਤਵ ਨਹੀਂ ਹੈ, ਪਰ ਫਿਰ ਵੀ ਅਸੀਂ ਇਹ ਜੋ ਸੰਵਿਧਾਨ ਦੇ ਵਿੱਚ ਮੈਂਸ਼ਨ ਹੈ ਤਾਂ ਸਾਡੇ ਲਈ ਪੜ੍ਹਨਾ ਜਾਣਨਾ ਜ਼ਰੂਰੀ ਹੈਗਾ। ਤਾਂ 6th ਆਰਟੀਕਲ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਤਾਂ ਇਹ ਬੱਚੇ ਕੀ ਹੈਗਾ 6th ਆਰਟੀਕਲ ਵਿੱਚ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਦੱਸਦੀ ਹਾਂ ਤੁਹਾਨੂੰ ਕਿ ਜਿਹੜੇ ਇੰਡੀਆ ਟੂ ਪਾਕਿਸਤਾਨ ਗਏ, ਇੰਡੀਆ ਟੂ ਪਾਕਿਸਤਾਨ, ਠੀਕ ਹੈ, ਇੰਡੀਆ ਟੂ ਪਾਕਿਸਤਾਨ ਗਏ ਬੱਚੇ ਤਾਂ
ਇਹਦੇ ਵਿੱਚ 6th ਆਰਟੀਕਲ ਇਹ ਮੈਂਸ਼ਨ ਹੈ। ਅਸੀਂ ਜੇਕਰ ਸ਼ਾਰਟਕਟ ਵਿੱਚ ਬੋਲਣਾ ਹੈ ਤਾਂ ਇੰਡੀਆ ਟੂ ਪਾਕਿਸਤਾਨ ਬੋਲਾਂਗੇ, ਤਾਂ ਪਾਕਿਸਤਾਨ ਤੋਂ ਭਾਰਤ ਆਏ ਹੋਏ ਲੋਕਾਂ ਦੀ ਨਾਗਰਿਕਤਾ। ਐਗਜ਼ਾਮਪਲ ਜਿਵੇਂ ਦਿੰਨੇ ਆ, ਜਿਵੇਂ ਆਸਾਰਾਮ ਬਾਪੂ। ਆਸਾਰਾਮ ਬਾਪੂ ਜੋ ਹੈਗੇ ਸੀਗੇ ਉਹ ਜੋ ਉਹਨਾਂ ਦੀ ਐਗਜ਼ਾਮਪਲ ਹੈਗੀ ਹੈ ਕਿ ਉਹ ਪਾਕਿਸਤਾਨ ਟੂ ਇੰਡੀਆ ਆਏ ਸੀਗੇ। ਤਾਂ ਬੱਚੇ ਇੰਡੀਆ ਟੂ ਪਾਕਿਸਤਾਨ ਜਾਂ ਪਾਕਿਸਤਾਨ ਟੂ ਇੰਡੀਆ ਲੈ ਲਓ। ਤਾਂ 6th ਆਰਟੀਕਲ, ਇਹਦੇ ਵਿੱਚ ਇੱਕ 6th ਆਰਟੀਕਲ ਵਿੱਚ ਇੱਕ ਪਰਮਿਟ ਵਰਡ ਯੂਜ਼ ਕੀਤਾ ਜਾਏਗਾ। ਇੱਕ ਪਹਿਲੇ ਮੈਂ ਤੁਹਾਨੂੰ ਇਹ ਦੱਸਦੀ ਹਾਂ ਪਰਮਿਟ ਦਾ ਮੀਨਿੰਗ ਕੀ ਹੈ। ਪਰਮਿਟ ਇੱਕ ਹੈਗਾ ਕਿ ਜਦੋਂ 1947 ਦੇ ਵਿੱਚ ਮਤਲਬ ਡਿਵਾਈਡ ਹੋਇਆ ਸੀਗਾ, ਤਾਂ ਉਸ ਟਾਈਮ ਇੱਕ ਪਰਮਿਟ ਨਿਯਮ ਰੱਖ ਦਿੱਤਾ ਸੀਗਾ ਕਿ ਇਸ ਡੇਟ ਤੋਂ ਜੇਕਰ ਪਹਿਲਾਂ ਕੋਈ ਹੈ ਤਾਂ ਉਹਨੂੰ ਤਾਂ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਜੇਕਰ ਇੱਕ ਡੇਟ ਮੈਂਸ਼ਨ ਹੈਗੀ ਸੀ, ਉਸ ਤੋਂ ਬਾਅਦ ਜੇਕਰ ਕੋਈ ਆਉਂਦਾ ਹੈਗਾ ਤਾਂ ਉਹਨੂੰ ਰਜਿਸਟ੍ਰੇਸ਼ਨ ਔਰ 6th ਮੰਥ ਰਹਿਣਾ ਪਏਗਾ। ਤਾਂ ਉਹ ਕੀ ਸੀਗਾ ਬੱਚੇ, ਉਹ ਹੈਗਾ ਸੀਗਾ 6th ਆਰਟੀਕਲ। ਐਗਜ਼ਾਮਪਲ ਜਿਵੇਂ ਆਸਾਰਾਮ ਬਾਪੂ, ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹ ਮੈਂ ਤੁਹਾਨੂੰ ਵੀ ਜੋ 6th ਆਰਟੀਕਲ ਦੇ ਥਰੂ ਜਿਵੇਂ ਦੱਸਿਆ ਹੈਗਾ ਕਿ ਜੋ ਆਸਾਰਾਮ ਬਾਪੂ ਸੀਗਾ ਉਹ ਪਾਕਿਸਤਾਨ ਟੂ ਇੰਡੀਆ ਟੂ ਪਾਕਿਸਤਾਨ ਗਏ ਸਨ। ਤਾਂ ਲਿਖਵਾ ਇੱਕ ਕੀ ਪਰਮਿਟ ਕੀ ਹੈਗਾ ਸੀ, ਲਿਖਵਾ ਕੇ ਜਾਣਾ ਕਿ ਅਸੀਂ ਭਾਰਤ ਛੱਡ ਕੇ ਪਾਕਿਸਤਾਨ ਜਾ ਰਹੇ ਹਾਂ। ਭਾਰਤ ਛੱਡ ਕੇ ਪਾਕਿਸਤਾਨ ਜਾ ਰਹੇ ਹਾਂ ਮਤਲਬ ਅਸੀਂ ਇੰਡੀਆ ਨੂੰ ਛੱਡ ਕੇ ਪਾਕਿਸਤਾਨ ਜਾ ਰਹੇ ਹਾਂ। ਅੱਗੇ ਪਾਕਿਸਤਾਨ ਪਹੁੰਚ ਕੇ ਵੀ ਇੱਕ ਪਰਮਿਟ ਜੋ ਹੈਗਾ ਉਹਨਾਂ ਨੂੰ ਲਿਖਵਾਉਣਾ ਪੈਂਦਾ ਸੀ ਕਿ ਅਸੀਂ ਹੁਣ ਨਾ ਇੱਥੇ ਹੀ ਰਵਾਂਗੇ, ਠੀਕ ਹੈ। ਤਾਂ ਇਹ ਪਰਮਿਟ ਜੋ ਹੈਗਾ ਸੀ ਕਦੋਂ ਲਾਗੂ ਹੋਇਆ, ਕਿਹੜੀ ਡੇਟ ਦਿੱਤੀ ਗਈ, 19 ਜੁਲਾਈ 1948। 19 ਜੁਲਾਈ 1948 ਤੋਂ ਜੇਕਰ ਪਹਿਲਾਂ ਕੋਈ ਪਰਮਿਟ ਨਹੀਂ ਸੀਗਾ, ਮਤਲਬ ਬਸ ਉਹ ਇੰਡੀਆ ਜਿਵੇਂ ਜੋ ਗਏ ਜਾਂ ਵਾਪਿਸ ਆਏ ਪਾਕਿਸਤਾਨ ਟੂ ਇੰਡੀਆ, ਕੋਈ ਪਰਮਿਟ ਨਹੀਂ ਸੀ। ਪਰ 19 ਜੁਲਾਈ 1948 ਤੋਂ ਬਾਅਦ ਇਹ ਪਰਮਿਟ ਜੋ ਨਿਯਮ ਸੀਗਾ ਇਹ ਸਟਾਰਟ ਹੋ ਗਿਆ। ਤਾਂ ਜਦੋਂ ਇਹ ਸਟਾਰਟ ਹੋਇਆ ਉਸ ਤੋਂ ਬਾਅਦ 6 ਮੰਥ ਰਹਿ ਕੇ ਦੈਨ ਰਜਿਸਟ੍ਰੇਸ਼ਨ ਹੋਏਗੀ, ਦੈਨ ਸਿਟੀਜ਼ਨਸ਼ਿਪ ਮਿਲੇਗੀ। ਮੈਂ ਰਿਪੀਟ ਕਰਦੀ ਹਾਂ ਬੱਚੇ, 6th ਆਰਟੀਕਲ ਕੀ ਹੈਗਾ, ਰਾਈਟ ਟੂ ਸਿਟੀਜ਼ਨਸ਼ਿਪ ਆਫ ਸਰਟਨ ਪਰਸਨਸ ਹੂ ਹੈਵ ਮਾਈਗ੍ਰੇਟਡ ਟੂ ਇੰਡੀਆ ਫਰੋਮ ਪਾਕਿਸਤਾਨ, ਇੰਡੀਆ ਟੂ ਪਾਕਿਸਤਾਨ, ਠੀਕ ਹੈ। ਇਹਦੀ ਐਗਜ਼ਾਮਪਲ ਦਿੱਤੀ ਸੀਗੀ ਕਿ ਜਿਵੇਂ ਆਸਾਰਾਮ ਬਾਪੂ ਹੈਗੇ ਸੀਗੇ, ਉਹ ਇਹਨਾਂ ਦੀ ਐਗਜ਼ਾਮਪਲ ਹੈਗੀ ਹੈ ਕਿ ਉਹ ਇੰਡੀਆ ਟੂ ਪਾਕਿਸਤਾਨ ਗਏ। ਹੁਣ ਦੇਖੋ ਬੱਚੇ, ਇੱਕ ਪਰਮਿਟ ਜੋ 6th ਆਰਟੀਕਲ ਦੇ ਵਿੱਚ ਮੈਂਸ਼ਨ ਸੀ ਕਿ 19 ਜੁਲਾਈ 1948 ਤੋਂ ਪਹਿਲੇ ਤਾਂ ਜਿਵੇਂ ਕੋਈ ਚਾਹੇ ਜਾ ਰਿਹਾ ਆ ਰਿਹਾ ਤਾਂ ਕੋਈ ਇਸ ਤਰ੍ਹਾਂ ਦਾ ਨਿਯਮ ਨਹੀਂ ਸੀਗਾ। ਉਸ ਤੋਂ ਬਾਅਦ ਜੇਕਰ ਉਹ ਇੰਡੀਆ ਟੂ ਪਾਕਿਸਤਾਨ ਜਾਂਦੇ ਹੈ ਤਾਂ ਇੱਥੇ ਇੱਕ ਜੋ ਦਸਤਾਵੇਜ਼ ਜੋ ਡਾਕੂਮੈਂਟ ਸੀਗਾ ਉਹਦੇ ਵਿੱਚ ਲਿਖਵਾ ਕੇ ਜਾਣਾ ਸੀਗਾ ਕਿ ਇਸ ਤਰ੍ਹਾਂ ਅਸੀਂ ਪਾਕਿਸਤਾਨ ਜਾ ਰਹੇ ਹਾਂ, ਤਾਂ ਮਤਲਬ ਉੱਥੇ ਪਰਮਾਨੈਂਟ ਰਹਿਣ ਲਈ। ਤਾਂ ਇੱਥੇ ਵੀ ਇੱਕ ਡਾਕੂਮੈਂਟ ਸਾਈਨ ਹੁੰਦੇ ਸੀਗੇ, ਦੈਨ ਪਾਕਿਸਤਾਨ ਅੱਗੇ ਪਹੁੰਚਦੇ ਸੀ ਉੱਥੇ ਵੀ ਸਾਈਨ ਹੁੰਦੇ ਸੀਗੇ। ਤਾਂ ਉਹਨੂੰ ਇੱਕ ਪਰਮਿਟ ਸ਼ੋ ਮਤਲਬ ਇੱਕ ਲਿਖਤੀ ਕਾਰਵਾਈ ਹੋਣੀ ਸੀਗੀ। ਤਾਂ ਉਮੀਦ ਹੈ ਤੁਹਾਨੂੰ 6th ਆਰਟੀਕਲ ਸਮਝ ਆ ਗਿਆ ਹੋਵੇਗਾ। ਪਾਕਿਸਤਾਨ ਤੋਂ ਭਾਰਤ ਵਿੱਚ ਪ੍ਰਵਾਸ ਕਰਨ ਵਾਲਾ ਵਿਅਕਤੀ ਭਾਰਤੀ ਨਾਗਰਿਕ ਬਣ ਜਾਂਦਾ ਹੈ ਜੇਕਰ ਉਹ ਜਾਂ ਉਸਦੇ ਪੇਰੈਂਟਸ ਜਾਂ ਦਾਦਾ ਦਾਦੀ ਵਿੱਚੋਂ ਕੋਈ ਵੀ ਅਣਵੰਡੇ ਭਾਰਤ ਵਿੱਚ ਪੈਦਾ ਹੋਇਆ ਸੀਗਾ। ਉਹੀ ਮਤਲਬ ਜੋ 19 ਜੁਲਾਈ 48 ਤੋਂ ਬਾਅਦ ਦੀ ਕੰਡੀਸ਼ਨ ਰੱਖੇਗੀ, ਪਹਿਲਾਂ ਕੋਈ ਕੰਡੀਸ਼ਨ ਨਹੀਂ ਸੀਗੀ। ਉਸਨੇ ਕਿਸੇ ਇੱਕ ਸ਼ਰਤ ਨੂੰ ਵੀ ਪੂਰਾ ਕੀਤਾ ਸੀ। ਕਿਹੜੀਆਂ ਸੀ ਕੰਡੀਸ਼ਨਸ, ਦੇਖੋ ਜੁਲਾਈ 1948 ਤੋਂ ਪਹਿਲਾਂ ਭਾਰਤ ਵਿੱਚ ਪ੍ਰਵਾਸ ਕਰ ਗਿਆ ਸੀ ਤਾਂ ਉਹ ਆਪਣੇ ਪ੍ਰਵਾਸ ਦੀ ਮਿਤੀ ਤੋਂ ਆਮ ਤੌਰ ਤੇ ਭਾਰਤ ਵਿੱਚ ਰਿਹਾ ਸੀ। ਜਾਂ ਜੇਕਰ ਉਹ 19 ਜੁਲਾਈ 1948 ਨੂੰ ਜਾਂ ਇਸ ਤੋਂ ਬਾਅਦ ਭਾਰਤ ਵਿੱਚ ਪ੍ਰਵਾਸ ਕਰ ਗਿਆ ਸੀ ਤਾਂ ਉਸ ਨੂੰ ਭਾਰਤ ਦੇ ਨਾਗਰਿਕ ਵਜੋਂ ਰਜਿਸਟਰ ਕੀਤਾ ਗਿਆ ਸੀ। ਪਰ ਕੋਈ ਵਿਅਕਤੀ ਤਾਂ ਹੀ ਰਜਿਸਟਰ ਹੋ ਸਕਦਾ ਹੈ ਜੇਕਰ ਉਹ ਇੱਥੇ ਰਿਹਾ ਹੋਵੇ। ਤਾਂ ਜਿਹੜੀ ਉਹ ਕੰਡੀਸ਼ਨ ਪਰਮਿਟ ਵਾਲੀ ਸੀ ਉਹ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਇੰਡੀਆ ਵਿੱਚ ਰਿਹਾ ਹੋਵੇ, ਠੀਕ ਹੈ ਜੀ। ਨੈਕਸਟ 7th ਜੋ ਆਰਟੀਕਲ ਹੈਗਾ ਉਹ ਕੀ ਕਹਿੰਦੇ ਆ, ਸ਼ਾਰਟਕਟ ਵਿੱਚ ਬੇਟੇ ਇੰਡੀਆ, 6th ਵਿੱਚ ਜਿਵੇਂ ਇੰਡੀਆ ਟੂ ਪਾਕਿਸਤਾਨ, ਦੈਨ ਇਹਦੇ ਵਿੱਚ ਫਿਰ ਇੰਡੀਆ, ਠੀਕ ਹੈ। 7th ਇੱਕ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਸਮਝਾਉਂਦੀ ਹਾਂ ਫਿਰ ਆਪਾਂ ਇਹ ਪੜਾਂਗੇ। ਸਿੰਪਲ ਲੈਂਗੁਏਜ ਵਿੱਚ ਕੀ ਹੈਗਾ ਬੱਚੇ, 1 ਮਾਰਚ 1947 ਦੇ ਵਿੱਚ ਲੱਗਿਆ ਕਿ ਵਿਭਾਜਨ ਹੋ ਰਿਹਾ, ਜੋ ਵੀ ਇੰਡੀਆ ਦੇ ਵਿੱਚ ਰਹਿ ਰਿਹਾ ਹੈ ਤਾਂ 1 ਮਾਰਚ 47 ਦੇ ਵਿੱਚ ਜੋ ਇਸ ਤਰ੍ਹਾਂ
ਪਤਾ ਤਾਂ ਪਹਿਲੇ ਹੀ ਸੀਗੀ ਕਿ ਇਸ ਤਰ੍ਹਾਂ ਜੋ ਡਿਵਾਈਡ ਹੋਏਗਾ, ਤਾਂ ਉਹ ਜੋ ਪੁਨਰਵਾਸ ਉਹਨਾਂ ਨੇ ਐਵੇਂ ਸੋਚਿਆ ਕਿ ਅਸੀਂ ਪਾਕਿਸਤਾਨ ਰਹਿਣਾ ਚਾਹੁੰਦੇ ਹਾਂ, ਜਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਉਹ ਮਤਲਬ ਇਕੱਠੇ ਜਾਣਾ ਚਾਹੁੰਦੇ ਆ, ਤਾਂ ਉਹ ਪਹਿਲੇ ਹੀ ਸ਼ਿਫਟ ਹੋ ਗਏ ਪਾਕਿਸਤਾਨ ਵਿੱਚ। ਤਾਂ ਕਹਿੰਦੇ ਕਿ ਉਹਨਾਂ ਨੂੰ ਲੱਗਿਆ ਕਿ ਵਿਭਾਜਨ, ਅਸੀਂ ਹੁਣੇ ਹੀ ਪਾਕਿਸਤਾਨ ਜਾਂਦੇ ਹਾਂ। ਉਹ ਪਾਕਿਸਤਾਨ ਵਿੱਚ ਚਲੇ ਗਏ, ਪਰੰਤੂ ਵਿਭਾਜਨ ਤੋਂ ਬਾਅਦ ਉਹਨਾਂ ਦਾ ਜੋ ਮਨ ਚੇਂਜ ਹੋ ਗਿਆ, ਉੱਥੇ ਦੰਗੇ ਫਸਾਦ ਦੇਖੇ ਜਾਂ ਕਿਸੇ ਵੀ ਕੰਡੀਸ਼ਨ ਕਰਕੇ ਉਹ ਮਤਲਬ ਵਾਪਿਸ ਆਉਣਾ ਚਾਹੁੰਦੇ ਸੀਗੇ ਇੰਡੀਆ ਦੇ ਵਿੱਚ। ਤਾਂ ਜਦੋਂ ਉਹ ਵਾਪਿਸ ਆਉਣਾ ਚਾਹੁੰਦੇ ਸਨ ਤਾਂ ਇੱਕ ਕੰਡੀਸ਼ਨ ਰੱਖੀ ਗਈ 1 ਮਾਰਚ 1947 ਦੇ ਵਿੱਚ ਕਿ 6 ਮੰਥ ਰਹਿਣਾ ਪਏਗਾ, ਦੈਨ ਰਜਿਸਟ੍ਰੇਸ਼ਨ ਹੋਏਗੀ, ਦੈਨ ਸਿਟੀਜ਼ਨਸ਼ਿਪ ਮਿਲੇਗੀ। ਠੀਕ ਹੈ, ਇਹ ਵਾਲੀ ਕੰਡੀਸ਼ਨ ਰੱਖੇਗੀ। ਦੇਖੋ, ਇੱਕ ਪਰਸਨ ਹੈ ਜੋ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲਾ ਗਿਆ ਸੀਗਾ। ਠੀਕ ਹੈ, ਉਹਨਾਂ ਨੂੰ ਲੱਗਿਆ ਕਿ ਇੰਡੀਆ ਡਿਵਾਈਡ ਹੋ ਰਿਹਾ, ਅਸੀਂ ਜੋ ਹੈਗਾ ਸ਼ਿਫਟ ਹੋਣਾ ਪਾਕਿਸਤਾਨ ਦੇ ਵਿੱਚ। ਤਾਂ ਉਹ ਪਰ ਬਾਅਦ ਵਿੱਚ ਪੁਨਰਵਾਸ, ਮਤਲਬ ਜਦੋਂ ਉਹ ਉੱਥੇ ਰਹਿ ਲਿਆ, ਉਹਨਾਂ ਨੂੰ ਜਾਂ ਤਾਂ ਉੱਥੋਂ ਦੇ ਉਹਨਾਂ ਨੂੰ ਕੁਛ ਵੀ ਦੰਗੇ ਫਸਾਦ ਜਾਂ ਉੱਥੋਂ ਦਾ ਇਨਵਾਇਰਮੈਂਟ ਜਾਂ ਕਿਹੜੇ ਵੀ ਰੀਜ਼ਨ ਕਰਕੇ ਉਹ ਪੁਨਰਵਾਸ ਲਈ ਭਾਰਤ ਵਾਪਿਸ ਆ ਗਿਆ ਸੀਗਾ, ਤਾਂ ਉਹ ਇੰਡੀਆ ਨਾਗਰਿਕ ਬਣ ਸਕਦਾ ਹੈ। ਇਸ ਦੇ ਲਈ ਉਸਨੂੰ ਰਜਿਸਟ੍ਰੇਸ਼ਨ ਲਈ ਆਪਣੀ ਅਰਜ਼ੀ ਦੀ ਮਿਤੀ ਤੋਂ 6 ਮਹੀਨੇ ਪਹਿਲਾਂ ਭਾਰਤ ਵਿੱਚ ਨਿਵਾਸੀ ਹੋਣਾ ਚਾਹੀਦਾ ਸੀ। ਮਤਲਬ 6 ਮੰਥ ਉਹ ਰਹੇਗਾ, ਦੈਨ ਰਜਿਸਟ੍ਰੇਸ਼ਨ ਮਿਲੇਗੀ, ਰਜਿਸਟ੍ਰੇਸ਼ਨ ਹੋਏਗੀ, ਫਿਰ ਉਸਨੂੰ ਸਿਟੀਜ਼ਨਸ਼ਿਪ ਮਿਲੇਗੀ। ਤਾਂ ਆਰਟੀਕਲ 8 ਕੀ ਕਹਿੰਦਾ ਹੈ, 7 ਤੁਹਾਨੂੰ ਸਮਝ ਆ ਗਿਆ। 8 ਜੋ ਉਹ ਬਾਹਰ ਰਹਿ ਰਿਹਾ ਤਾਂ ਪਰਸਨ ਆਫ ਇੰਡੀਅਨ origin, ਇਹ ਤਾਂ ਸਿੰਪਲ ਹੀ ਹੈਗਾ ਕਿ ਜੋ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੀ ਨਾਗਰਿਕਤਾ ਦਾ ਅਧਿਕਾਰ, ਉਹਨਾਂ ਨੂੰ ਰਾਈਟਸ ਦਿੱਤੇ ਗਏ ਹੈ ਜੋ ਇੰਡੀਆ ਤੋਂ ਬਾਹਰ ਰਹਿ ਰਹੇ ਪਰ ਇੰਡੀਆ ਦੇ ਹੀ ਨਾਗਰਿਕ ਹਨ। 9th ਵਿੱਚ ਕੀ ਹੈਗਾ, ਜੇਕਰ ਕੋਈ ਵਿਦੇਸ਼ ਵਿੱਚ ਰਹਿ ਰਿਹਾ, ਲੰਬੇ ਸਮੇਂ ਤੋਂ ਰਹਿ ਰਿਹਾ, ਤਾਂ ਉਹਨਾਂ ਦੀ ਜੋ ਹੈਗਾ ਨਾਗਰਿਕਤਾ ਜਿਹੜੀ ਹੈਗੀ ਹੈ ਉਹ ਇੱਥੋਂ ਦੀ ਮਤਲਬ ਖੋ ਲਈ ਜਾਏਗੀ। ਵਿਅਕਤੀ ਸਵੈ ਇੱਛਾ ਨਾਲ ਕਿਸੇ ਵਿਦੇਸ਼ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਨਾਗਰਿਕ ਨਾ ਹੋਣ, ਮਤਲਬ ਨੋ ਸਿਟੀਜ਼ਨਸ਼ਿਪ। ਤਾਂ ਬੱਚੇ ਅੱਗੇ ਹੈਗਾ 10th ਆਰਟੀਕਲ ਕੀ ਕਹਿੰਦਾ ਹੈਗਾ, ਕੰਟੀਨਿਊਸ ਆਫ ਦਾ ਰਾਈਟਸ ਆਫ ਜੋ ਸਿਟੀਜ਼ਨਸ਼ਿਪ ਹੈ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕੰਡੀਸ਼ਨਸ ਦੱਸਦੀ ਹਾਂ ਕੀ ਕਹਿੰਦੇ ਕੋਈ ਵੀ ਵਿਅਕਤੀ ਦੀ ਨਾਗਰਿਕਤਾ ਐਵੇਂ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਉਹ ਕੋਈ ਗਲਤ ਕੰਮ ਨਾ ਕਰੇ। ਮਤਲਬ ਸੰਸਦ ਨੇ ਜਿਸ ਕੰਮ ਨੂੰ ਕਰਨ ਤੋਂ ਮਨਾ ਕੀਤਾ ਹੋਵੇ, ਜਦੋਂ ਤੱਕ ਦੇਸ਼ ਵਿਰੋਧੀ ਕੰਮ ਨਾ ਹੋਵੇ। ਜਿਵੇਂ ਸਪੋਜ਼ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ, ਤੁਹਾਨੂੰ ਹੋਰ ਸਮਝ ਆ ਜਾਏਗੀ। 10th ਜੋ ਆਰਟੀਕਲ ਕੀ ਕਹਿੰਦਾ ਹੈਗਾ, ਜੇਕਰ ਕੋਈ ਵੀ ਇੰਡੀਆ ਦਾ ਨਾਗਰਿਕ ਰਹਿ ਰਿਹਾ ਹੈ ਤਾਂ ਉਹਦੇ ਕੋਲ ਨਾਗਰਿਕਤਾ ਐਵੇਂ ਨਹੀਂ ਖੋਈ ਜਾ ਸਕਦੀ ਜੇਕਰ ਉਹ ਪਾਰਲੀਮੈਂਟ ਦੇ ਰੂਲ ਦੇ ਮੁਤਾਬਿਕ ਚੱਲੇਗਾ ਜੋ ਵੀ ਨਾਗਰਿਕਤਾ ਦੇ ਬਣੇ ਨੇ। ਪਰ ਇੱਕ ਐਗਜ਼ਾਮਪਲ, ਸਪੋਜ਼ ਜਿਵੇਂ ਇੰਡੀਆ ਔਰ ਚਾਈਨਾ ਦਾ ਵੋਰ ਚੱਲ ਰਿਹਾ, ਇੰਡੀਆ ਔਰ ਚਾਈਨਾ ਵੋਰ ਚੱਲਿਆ ਹੋਇਆ ਹੈ, ਤਾਂ ਉਹਦੇ ਵਿੱਚ ਕੀ ਹੈਗਾ ਕਿ ਕੋਈ ਇੰਡੀਆ ਦਾ ਸਿਟੀਜ਼ਨਸ਼ਿਪ ਹੈਗਾ, ਇੰਡੀਆ ਦੇ ਵਿੱਚ ਹੀ ਰਹਿ ਰਿਹਾ, ਪਰ ਉਹ ਜੋ ਗੁਪਤ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਰਿਹਾ, ਉਹਨਾਂ ਦਾ ਸਾਥ ਦੇ ਰਿਹਾ, ਤਾਂ ਉਹ ਇੱਕ ਦੇਸ਼ ਦਰੋਹੀ ਹੋ ਗਿਆ। ਠੀਕ ਹੈ, ਤਾਂ ਉਹ ਗਲਤ ਕਰ ਰਿਹਾ ਇੰਡੀਆ ਦੇ ਨਾਲ, ਤਾਂ ਇਸ ਤਰ੍ਹਾਂ ਉਹਦੇ ਕੋਲ ਸਿਟੀਜ਼ਨਸ਼ਿਪ ਖੋ ਲਈ ਜਾਏਗੀ। ਤਾਂ ਵੈਸੇ ਕੋਈ ਵੀ ਮਤਲਬ ਇੰਡੀਆ ਦੀ ਸਿਟੀਜ਼ਨਸ਼ਿਪ ਨਹੀਂ ਖੋਲ ਸਕਦਾ ਜੇਕਰ ਉਹ ਪਾਰਲੀਮੈਂਟ ਦੇ ਮੁਤਾਬਿਕ ਚੱਲੇਗਾ, ਰੂਲਸ ਦੇ ਮੁਤਾਬਿਕ ਚੱਲੇਗਾ। ਤਾਂ ਨੈਕਸਟ ਹੈਗਾ 11 ਆਰਟੀਕਲ, ਜਿਹਦੇ ਵਿੱਚ ਪਾਰਲੀਮੈਂਟ ਟੂ ਰੈਗੂਲੇਟ ਦਾ ਰਾਈਟਸ ਆਫ ਸਿਟੀਜ਼ਨਸ਼ਿਪ ਬਾਏ ਲਾਅ, ਸੰਸਦ ਦੁਆਰਾ ਨਾਗਰਿਕਤਾ ਦੇ ਅਧਿਕਾਰਾਂ ਨੂੰ ਨਿਯਮਿਤ ਕਰਨ ਲਈ ਕਾਨੂੰਨ। ਕਹਿੰਦੇ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਪਾਰਲੀਮੈਂਟ ਕੋਲ ਹੈਗਾ। ਤਾਂ ਪਾਰਲੀਮੈਂਟ ਦੀ ਕਿਹੜੀ ਮਿਨਿਸਟਰੀ ਕੋਲ ਹੈਗਾ, ਹੋਮ ਮਿਨਿਸਟਰੀ, ਵੈਰੀ ਇੰਪੋਰਟੈਂਟ। ਠੀਕ ਹੈ, ਸਿਰਫ ਜੋ ਵੀ ਸਿਟੀਜ਼ਨਸ਼ਿਪ ਅਮੈਂਡਮੈਂਟ ਕਰਨੀ ਹੈ, ਕੋਈ ਨਿਊ ਰੂਲ ਲੈ ਕੇ ਆਉਣੇ ਹੈਗੇ ਆ, ਕੁਛ ਵੀ ਹੈ, ਤਾਂ ਉਹ ਪਾਰਲੀਮੈਂਟ ਨੂੰ ਹੀ ਰਾਈਟ ਹੈਗਾ ਕਿ ਉਹਦੇ ਵਿੱਚ ਚੇਂਜ ਕਰ ਸਕਦੇ ਹੈ, ਨਿਊ ਅਮੈਂਡਮੈਂਟਸ ਕਰ ਸਕਦੇ ਹੈ, ਰੂਲ ਲੈ ਕੇ ਆ ਸਕਦੇ ਹੈ। ਤਾਂ ਉਹ ਇੱਕ ਪਾਰਲੀਮੈਂਟ ਦੇ ਵਿੱਚ ਵੀ ਇੱਕ ਸਿਸਟਮ ਨੂੰ ਦਿੱਤਾ ਗਿਆ, ਤਾਂ ਹੋਮ ਮਿਨਿਸਟਰੀ ਨੂੰ ਦਿੱਤਾ ਗਿਆ। ਉਮੀਦ ਹੈ ਤੁਹਾਨੂੰ 5th ਤੋਂ 11 ਆਰਟੀਕਲ ਬਿਲਕੁਲ ਸਮਝ ਆ ਗਈ ਹੋਏਗੀ। ਤਾਂ ਇਹਨਾਂ ਆਰਟੀਕਲਾਂ ਵਿੱਚ ਵੀ ਕੁਝ ਕੁ ਜੋ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ, ਕੁਝ ਦਿੱਕਤਾਂ ਆ ਰਹੀਆਂ ਸੀਗੀਆਂ, ਕੁਝ ਇਹਦੇ ਵਿੱਚ ਅਮੈਂਡਮੈਂਟਸ ਹੋਣੀ ਜ਼ਰੂਰੀ ਸੀਗੀ। ਤਾਂ 1955 ਦੇ ਵਿੱਚ
ਅਮੈਂਡਮੈਂਟਸ ਹੋਈ ਸੀਗੀ। ਪਰ ਅਸੀਂ ਪਹਿਲੇ ਪੜ੍ਹਦੇ ਹਾਂ ਕਿ ਸਿਟੀਜ਼ਨਸ਼ਿਪ ਹੈ ਕਿੰਨੇ ਪ੍ਰਕਾਰ ਦੀ ਹੈਗੀ ਆ। ਤਾਂ ਸਿਟੀਜ਼ਨਸ਼ਿਪ ਦੇਖੋ ਬੱਚੇ 2 ਟਾਈਪ ਦੀ ਹੈਗੀ ਹੈ ਸਿਟੀਜ਼ਨਸ਼ਿਪ। ਦੈਨ ਇੱਕ ਹੈਗੀ ਹੈ ਅਲਾਈਨਸ ਫਰੈਂਡਲੀ ਐਂਡ ਐਨਮੀ। ਠੀਕ ਹੈ, ਤਾਂ ਨਾਗਰਿਕ ਜੋ ਸਿੰਪਲ ਨਾਗਰਿਕ ਹੀ ਹੈਗਾ, ਕਹਿੰਦੇ ਭਾਰਤੀ ਰਾਜ ਦੇ ਪੂਰਨ ਮੈਂਬਰ, ਜਿਹੜਾ ਪੂਰੀ ਤਰ੍ਹਾਂ ਮੈਂਬਰ ਹੈਗੇ ਆ, ਜਿਵੇਂ ਕਿ ਅਸੀਂ ਹਾਂ, ਅਸੀਂ ਸਟਾਰਟਿੰਗ ਤੋਂ ਇੰਡੀਆ ਵਿੱਚ ਹੀ ਰਹਿ ਰਹੇ ਹਾਂ, ਪ੍ਰਤੀ ਵਫਾਦਾਰ ਹੈ, ਉਹ ਸਾਰੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਦਾ ਆਨੰਦ ਮਾਣਦੇ ਹਨ। ਤਾਂ ਨੈਕਸਟ ਇਹ ਸਮਝ ਆ ਗਈ ਸਿਟੀਜ਼ਨਸ਼ਿਪ। ਹੁਣ ਅਲਾਈਨਸ ਵਿੱਚ 2 ਤਰ੍ਹਾਂ ਦੇ ਹੈਗੇ ਹੈ, ਇੱਕ ਫਰੈਂਡਲੀ ਇੱਕ ਐਨਮੀ। ਤਾਂ ਹੁਣ ਜੋ ਪਰਦੇਸੀ ਐਲੀਅਨਸ ਉਹ ਕੀ ਹੈਗੇ ਆ, ਦੂਜੇ ਪਾਸੇ ਕਿਸੇ ਹੋਰ ਰਾਜ ਦੇ ਨਾਗਰਿਕ ਹਨ, ਮਤਲਬ ਅਦਰ ਕੰਟਰੀ ਦੇ ਨਾਗਰਿਕ ਹਨ, ਇਸ ਲਈ ਸਾਰੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਦਾ ਆਨੰਦ ਨਹੀਂ ਮਾਣ ਸਕਦੇ। ਮਤਲਬ ਜਿਵੇਂ ਕਿ ਇੱਕ ਜੋ ਪੂਰੀ ਤਰ੍ਹਾਂ ਪੂਰਨ ਤੌਰ ਤੇ ਇੰਡੀਆ ਦਾ ਸਿਟੀਜ਼ਨਸ਼ਿਪ ਜਿਹਨੂੰ ਮਿਲੀ ਹੋਈ ਹੈ, ਇੰਡੀਆ ਦਾ ਸਿਟੀਜ਼ਨਸ਼ਿਪ ਹੈਗਾ, ਤਾਂ ਜਿਵੇਂ ਜੋ ਵਿਦੇਸ਼ ਦੇ ਹੈਗੇ ਆ, ਇੱਥੋਂ ਦੇ ਵੈਸੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੋਈ, ਪਰ ਉਹਨਾਂ ਨੂੰ ਪੂਰੇ ਰਾਈਟਸ ਨਹੀਂ ਹੈਗੇ। ਤਾਂ ਕਿਹੜੇ ਰਾਈਟਸ ਨਹੀਂ ਹੈਗੇ, ਤਾਂ ਪਹਿਲੇ ਅਸੀਂ ਪੜ੍ਹਦੇ ਹਾਂ ਦੋਸਤਾਨਾ ਜੋ ਸਿਟੀਜ਼ਨਸ਼ਿਪ ਹੈਗਾ ਔਰ ਅਲਾਈਨਸ ਉਹ ਕਿਹੜੇ ਹੈਗੇ ਆ, ਉਹਨਾਂ ਨੂੰ ਕਿਹੜੇ ਕਿਹੜੇ ਰਾਈਟਸ ਹੈਗੇ, ਅਸੀਂ ਉਹ ਵੀ ਪੜ੍ਹਦੇ ਹਾਂ। ਤਾਂ ਉਹਨਾਂ ਦੇਸ਼ਾਂ ਦੇ ਵਿਸ਼ੇ ਹਨ ਜਿਨ੍ਹਾਂ ਨੇ ਭਾਰਤ ਵਿੱਚ ਸਰਹੱਦ ਸੰਬੰਧ ਹਨ, ਜਿਨ੍ਹਾਂ ਦੇ ਜੋ ਸਰਹੱਦ ਦੇ ਨਾਲ ਸੰਬੰਧ ਨੇ ਉਹ ਦੋਸਤਾਨਾ ਫਰੈਂਡਲੀ ਅਲਾਈਨਸ ਹੈਗੇ ਆ। ਦੂਜੇ ਪਾਸੇ ਜੋ ਦੁਸ਼ਮਣ ਕਿਹੜੇ ਹੈਗੇ ਆ, ਉਸ ਦੇਸ਼ ਦੀ ਪ੍ਰਜਾ ਹਨ ਜੋ ਭਾਰਤ ਵਿੱਚ ਜੰਗ ਵਿੱਚ ਹੈ, ਜਿਵੇਂ ਇੰਡੀਆ ਪਾਕਿਸਤਾਨ ਹੋ ਗਿਆ, ਠੀਕ ਹੈ, ਚਾਈਨਾ ਹੋ ਗਿਆ। ਤਾਂ ਉਹ ਦੋਸਤਾਨਾ ਪਰਦੇਸੀ ਲੋਕਾਂ ਨਾਲੋਂ ਘੱਟ ਅਧਿਕਾਰਾਂ ਦਾ ਆਨੰਦ ਮਾਣਦੇ ਨੇ। ਐਗਜ਼ਾਮਪਲ ਕੀ ਹੈਗਾ, ਜਿਵੇਂ ਕਿ ਹੁਣ ਦੇਖੋ ਸਪੋਜ਼ ਇੰਡੀਆ ਔਰ ਪਾਕਿਸਤਾਨ ਵੋਰ ਜੋ ਚੱਲ ਰਹੀ ਹੈ, ਤਾਂ ਕਿਸੇ ਜੋ ਪਾਕਿਸਤਾਨ ਵਿੱਚੋਂ ਕੋਈ ਟੈਰਰਿਸਟ ਹੈਗਾ, ਉਹਨਾਂ ਨੂੰ ਜੇਲ੍ਹ ਹੋ ਗਈ, ਤਾਂ ਉਹਨੂੰ ਇਹ ਵਾਲਾ ਮਤਲਬ ਰਾਈਟ ਨਹੀਂ ਮਿਲ ਸਕਦਾ। 22 ਆਰਟੀਕਲ ਜੋ ਅਸੀਂ ਫੰਡਾਮੈਂਟਲ ਰਾਈਟਸ ਦੇ ਵਿੱਚ ਡਿਟੇਲ ਵਾਈਜ਼ ਪੜ੍ਹਾਂਗੇ, ਤਾਂ ਜਿਹਦੇ ਵਿੱਚ ਗ੍ਰਿਫਤਾਰੀ ਤੇ ਨਜ਼ਰਬੰਦ ਜੋ ਹੈਗਾ, ਤਾਂ ਉਹਨਾਂ ਨੂੰ ਇਹਦੇ ਵਿੱਚ ਸੁਰੱਖਿਆ ਨਹੀਂ ਮਿਲ ਸਕਦੀ। ਤਾਂ ਜੋ ਐਨਮੀ ਅਲਾਈਨਸ ਹੈਗੇ ਆ ਬੱਚੇ, ਤਾਂ ਉਹਨਾਂ ਨੂੰ ਜੋ ਪੂਰੇ ਰਾਈਟਸ ਨਾਗਰਿਕਤਾ ਦੇ ਨਹੀਂ ਮਿਲਣਗੇ। ਤਾਂ ਉਹ ਦੱਸੇ ਕਿਹੜੀ ਕਿਹੜੀ ਕੰਡੀਸ਼ਨਸ ਵਿੱਚ ਉਹਨਾਂ ਨੂੰ ਰਾਈਟਸ ਮਿਲਣੇ ਹੈਗੇ ਆ। ਤਾਂ 22 ਆਰਟੀਕਲ ਉਹਨਾਂ ਨੂੰ ਜੋ ਸੁਰੱਖਿਆ ਪ੍ਰਦਾਨ ਨਹੀਂ ਕਰੇਗਾ। ਇੱਕ 15 ਆਰਟੀਕਲ ਜਿਹਦੇ ਵਿੱਚ ਜੋ ਰਿਲੀਜੀਅਸ, ਰੇਸ, ਕਾਸਟ, ਸੈਕਸ ਐਂਡ ਪਲੇਸ ਆਫ ਬਰਥ, ਇਹਦੇ ਵਿੱਚ ਵੀ ਉਹਨਾਂ ਜੋ ਵਿਤਕਰੇ ਵਿਰੋਧ ਰਾਈਟ ਹੈਗੇ ਆ, ਉਹ ਵੀ ਉਹਨਾਂ ਨੂੰ ਨਹੀਂ ਪ੍ਰਦਾਨ ਹੋਏਗਾ। ਸਿਰਫ ਇੰਡੀਆ ਦੇ ਨਾਗਰਿਕਾਂ ਨੂੰ ਹੀ ਇਹ ਰਾਈਟ ਦਿੱਤੇ ਜਾਣਗੇ। ਜਿਵੇਂ 16 ਆਰਟੀਕਲ ਹੈ ਜੋ ਇੰਪਲੋਇਮੈਂਟ ਦੇ ਨਾਲ ਰਿਲੇਟ ਹੈ, ਠੀਕ ਹੈ, ਜਿਹਦੇ ਵਿੱਚ ਰੁਜ਼ਗਾਰ ਜੋ ਨਾਗਰਿਕਤਾ ਨੂੰ ਇੰਡੀਅਨ ਨਾਗਰਿਕਾਂ ਨੂੰ ਮਿਲੇਗਾ, ਤਾਂ ਉਹ ਵੀ ਰਾਈਟ ਜੋ ਅਲਾਈਨਸ ਨੂੰ ਨਹੀਂ ਦਿੱਤੇ ਗਏ। ਜਿਵੇਂ ਕਿ ਆਰਟੀਕਲ 19 ਹੈ, ਜਿਹਦੇ ਵਿੱਚ right to freedom of speech and expression, assembly, associations, movements, residence and professions, ਇਹ ਰਾਈਟ ਵੀ ਸਿਰਫ ਇੰਡੀਆ ਦੇ ਜੋ ਪੱਕੇ ਤੌਰ ਤੇ ਸਿਟੀਜ਼ਨਸ਼ਿਪ ਨੇ ਉਹਨਾਂ ਨੂੰ ਹੀ ਮਿਲਣਗੇ। ਸੱਭਿਆਚਾਰ ਅਤੇ ਵਿਦਿਅਕ ਅਧਿਕਾਰ 29 ਐਂਡ 30, ਕਲਚਰ ਐਂਡ ਐਜੂਕੇਸ਼ਨ ਰਾਈਟਸ ਵੀ ਨਹੀਂ ਮਿਲਣਗੇ। ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ, ਦੇਖੋ ਜਿਵੇਂ MP ਲਈ ਉਹ ਨਹੀਂ ਖੜੇ ਹੋ ਸਕਦੇ ਪੋਸਟ ਲਈ, ਪ੍ਰੈਜ਼ੀਡੈਂਟ ਦੀ ਪੋਸਟ ਲਈ, ਗਵਰਨਰ ਦੀ ਪੋਸਟ ਦੇ ਲਈ ਉਹ ਚੋਣ ਨਹੀਂ ਲੜ ਸਕਦੇ, ਇਲੈਕਸ਼ਨਸ ਨਹੀਂ ਲੜ ਸਕਦੇ। ਅੱਗੇ ਹੈਗਾ ਕੁਝ ਜਨਤਕ ਅਹੁਦੇ ਰੱਖਣ ਦੀ ਯੋਗਤਾ, ਯਾਨੀ ਜਿਵੇਂ ਜੋ ਪ੍ਰੈਜ਼ੀਡੈਂਟ ਹੈ, ਗਵਰਨਰ ਹੈ, ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ ਹੈ, ਸੁਪਰੀਮ ਕੋਰਟ ਹੈ, ਤਾਂ ਇਹ ਜੋ ਹੈਗਾ ਹਾਈ ਕੋਰਟ ਦੇ ਜੱਜ ਹੋ ਗਏ, ਤਾਂ ਇਹਨਾਂ ਵਿੱਚ ਵੀ ਉਹ ਪਾਰਟਿਸਿਪੇਟ ਨਹੀਂ ਕਰ ਸਕਦੇ। ਭਾਰਤ ਵਿੱਚ ਜਨਮ ਦੁਆਰਾ ਨਾਗਰਿਕ ਅਤੇ ਕੁਦਰਤੀ ਨਾਗਰਿਕ ਦੋਵੇਂ ਹੀ ਰਾਸ਼ਟਰਪਤੀ ਦੇ ਅਹੁਦੇ ਲਈ ਯੋਗ ਹਨ। ਦੇਖੋ ਜਿਵੇਂ ਕੋਈ ਫੋਰਨਰ ਹੈ, ਉਹਨੂੰ ਇੱਕ ਬਰਥ ਦੇ ਆਧਾਰ ਤੇ ਜੋ ਸਿਟੀਜ਼ਨਸ਼ਿਪ ਮਿਲਦੀ ਹੈ ਜਾਂ ਨੈਚੁਰਲਾਈਜੇਸ਼ਨ ਮਿਲਦੀ ਹੈ, ਤਾਂ ਉਹ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਲਈ ਯੋਗ ਹੈ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ, ਠੀਕ ਹੈ। ਜਿਵੇਂ ਕਿ USA ਵਿੱਚ ਤਾਂ ਸਿਰਫ ਇੱਕ ਜਨਮ ਦੁਆਰਾ ਹੀ ਯੋਗ ਮੰਨਿਆ ਗਿਆ, ਹੋਰ ਕਿਸੇ ਵੀ ਕੰਡੀਸ਼ਨ ਦੇ ਵਿੱਚ ਯੋਗ ਨਹੀਂ ਮੰਨਿਆ ਗਿਆ। ਤਾਂ ਅਸੀਂ ਸਿਟੀਜ਼ਨਸ਼ਿਪ ਬੱਚੇ ਕਿੱਥੋਂ ਲਈ ਹੈ, ਅਸੀਂ ਬ੍ਰਿਟੇਨ ਤੋਂ ਲਈ ਹੈਗੀ ਹੈ ਸਿਟੀਜ਼ਨਸ਼ਿਪ। ਤਾਂ ਹੁਣ ਦੇਖੋ 1955 ਅਮੈਂਡਮੈਂਟ ਜੋ ਹੋਈ, ਜੋ ਐਕਟ ਬਣਿਆ ਸੀਗਾ ਨਾਗਰਿਕਤਾ ਦਾ, ਤਾਂ ਨਾਗਰਿਕਤਾ ਕਿਹੜੇ ਤਰੀਕੇ ਨਾਲ ਪਾਈ ਜਾ ਸਕਦੀ ਹੈ, ਕਿਹੜੀ ਕਿਹੜੀ ਕੰਡੀਸ਼ਨਸ ਹੈਗੀ ਸੀ ਬੱਚੇ,
ਉਹ ਸਾਰਾ 1955 ਦੇ ਵਿੱਚ ਮੈਂਸ਼ਨ ਹੈਗਾ। ਤਾਂ ਜੋ 1955 ਦੇ ਐਕਟ, ਇਹਦੇ ਵਿੱਚ ਵੀ ਅੱਗੇ ਸੋਧਾਂ ਹੋਣਗੀਆਂ, ਅਮੈਂਡਮੈਂਟਸ ਹੋਣਗੀਆਂ। ਉਹ ਅਸੀਂ ਜਿਵੇਂ ਕਿ 1986 ਦੇ ਵਿੱਚ ਅਮੈਂਡਮੈਂਟ ਹੋਏਗੀ, ਇਹ ਜੋ 55 ਵਾਲਾ ਸਹੀ ਨਹੀਂ ਹੈ। ਫਿਰ 1986 ਵਿੱਚ 1992 ਹੋਏਗੀ, 2003 ਦੇ ਵਿੱਚ ਹੋਏਗੀ, 5 ਦੇ ਵਿੱਚ ਹੋਏਗੀ, 15 ਦੇ ਵਿੱਚ ਹੋਏਗੀ, 2019 ਦੇ ਵਿੱਚ ਹੋਏਗੀ। ਤਾਂ ਅਸੀਂ ਇਹਨਾਂ ਵਿੱਚੋਂ ਵੀ ਥੋੜ੍ਹੇ ਥੋੜ੍ਹੇ ਪੁਆਇੰਟ ਚੱਕਾਂਗੇ ਨਾਲ ਨਾਲ, ਜਿਵੇਂ ਜਿਵੇਂ ਨਾਗਰਿਕਤਾ ਕਿਹੜੇ ਤਰੀਕੇ ਨਾਲ ਅਸੀਂ ਜੋ ਜਿਵੇਂ ਬਾਈ ਬਰਥ, ਬਾਈ ਨੈਚੁਰਲਾਈਜੇਸ਼ਨ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਤਾਂ ਅਸੀਂ ਉਹਨਾਂ ਦੇ ਵਿੱਚ ਕਿਵੇਂ ਜੋ ਅਮੈਂਡਮੈਂਟਸ ਹੋਈਆਂ, ਇਹਦੇ ਵਿੱਚ ਵੀ ਕੁਝ ਕੁ ਪੁਆਇੰਟ ਜੋ ਜਚੇ ਨਹੀਂ ਸੀਗੇ ਤਾਂ ਬਾਅਦ ਵਿੱਚ ਅਮੈਂਡਮੈਂਟਾਂ ਹੋਈਆਂ, ਤਾਂ ਅਸੀਂ ਉਹ ਵੀ ਨਾਲ ਨਾਲ ਪੜ੍ਹਾਂਗੇ, ਤਾਂ ਇਹਨਾਂ ਈਅਰਸ ਦੇ ਨਾਲ ਰਿਲੇਟ ਕਰਕੇ। ਤਾਂ ਹੁਣ ਦੇਖੋ, ਕਹਿੰਦੇ ਕਿ ਨਾਗਰਿਕਤਾ ਜੋ ਦਾ ਸਿਟੀਜ਼ਨਸ਼ਿਪ ਐਕਟ ਹੈਗਾ 1955 ਦੇ ਵਿੱਚ ਬਣਿਆ ਸੀਗਾ, ਸੰਵਿਧਾਨ ਦੇ ਸ਼ੁਰੂ ਹੋਣ ਤੋਂ ਬਾਅਦ ਨਾਗਰਿਕਤਾ ਪ੍ਰਦਾਨ ਕਰਨ ਅਤੇ ਗੁਆਉਣ ਦੀ ਵਿਵਸਥਾ ਹੈ। ਮਤਲਬ ਨਾਗਰਿਕਤਾ ਕਿਵੇਂ ਅਸੀਂ ਪ੍ਰਾਪਤ ਕਰ ਸਕਦੇ ਹਾਂ, ਕਿਵੇਂ ਗਵਾ ਸਕਦੇ ਹਾਂ, ਇਹ ਇਹਦੇ ਵਿੱਚ ਮੈਂਸ਼ਨ ਹੈ 1955 ਦੇ ਐਕਟ ਦੇ ਵਿੱਚ। ਇਹਨਾਂ ਐਕਟਾਂ ਦੁਆਰਾ ਕੀ ਜੋ ਵਾਰ ਸੋਧਾਂ ਵੀ ਕੀਤੀਆਂ ਗਈਆਂ ਸੀਗੀਆਂ, 6 ਟਾਈਮ ਜੋ ਇਹਨਾਂ ਦੇ ਵਿੱਚ ਬੱਚੇ ਸੋਧਾਂ ਕੀਤੀਆਂ ਗਈਆਂ ਸੀਗੀਆਂ, 1986, 92, 2003, 5, 15 ਔਰ 19। ਇਹ ਈਅਰਸ ਹੈਗੇ ਆ ਜਿਨ੍ਹਾਂ ਵਿੱਚ ਸੋਧਾਂ ਹੋਈਆਂ ਸੀ, ਤੁਹਾਨੂੰ ਮੈਂ ਦੱਸ ਦਿੱਤਾ ਹੈਗਾ। ਹੁਣ ਬੱਚੇ ਦੇਖੋ, ਸਿਟੀਜ਼ਨਸ਼ਿਪ ਐਕਟ 2019 ਅਸੀਂ ਪਹਿਲੇ ਗੱਲ ਕਰ ਦਿੰਦੇ ਹਾਂ, ਬਾਕੀ ਅਸੀਂ 1955 ਵਾਲਾ ਪੂਰਾ ਜੋ ਅਸੀਂ ਜਾਣਕਾਰੀ ਲਵਾਂਗੇ, ਕਿਉਂਕਿ ਵੈਰੀ ਇੰਪੋਰਟੈਂਟ ਹੈਗਾ ਬੱਚੇ 1955, ਕਿਉਂਕਿ ਇਹਨਾਂ ਦੇ ਵਿੱਚ ਇਹੀ ਮੈਂਸ਼ਨ ਕੀਤਾ ਗਿਆ ਕਿ ਕਿਸ ਟਾਈਪ ਦੇ ਨਾਲ ਅਸੀਂ ਸਿਟੀਜ਼ਨਸ਼ਿਪ ਪਾ ਸਕਦੇ ਹਾਂ, ਕਿਸ ਟਾਈਪ ਦੇ ਨਾਲ ਸਿਟੀਜ਼ਨਸ਼ਿਪ ਨੂੰ ਖੋਇਆ ਜਾ ਸਕਦਾ ਹੈ। ਤਾਂ 2019 ਜੋ ਸਿਟੀਜ਼ਨਸ਼ਿਪ ਸੋਧ ਅਮੈਂਡਮੈਂਟ ਹੋਈ ਸੀਗੀ, ਤਾਂ ਉਹਦੇ ਵਿੱਚ ਕੀ ਸੀਗਾ, ਠੀਕ ਹੈ ਬੱਚੇ, ਜਿਵੇਂ ਕਿ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਤੋਂ ਭਾਰਤ ਵਿੱਚ ਆਏ ਹਿੰਦੂ। ਹੁਣ ਕਾਸਟਾਂ ਕਿਹੜੀਆਂ ਸੀ, ਤੋਂ ਇਹਨਾਂ ਦੇਸ਼ਾਂ ਵਿੱਚੋਂ ਭਾਰਤ ਵਿੱਚ ਕਿਹੜੇ ਕਿਹੜੇ ਕਾਸਟ ਵਾਲੇ ਆਏ, ਹਿੰਦੂ, ਸਿੱਖ, ਬੋਧੀ, ਜੈਨਿਜ਼ਮ, ठीक है। 6 कास्ट है, हिंदू, सिख, बौद्धि, जैनिज्म, चाइनीज, एक पारसी। ओके बच्चे, ये 6 कास्टां वाले इन्हां देशां तो आए। क्यों आए, देखो इन्हां देशां, ये जो देश हैगे है, एक मुसलमान जो रिलीजन हैगा वो काफ़ी हद तक उत्थे हैगा। तो ਉਹ ਵਾਲੇ ਧਰਮ ਜੋ ਮੁਸਲਿਮ ਧਰਮ ਹੈਗਾ, ਉਹ ਇਹਨਾਂ 'ਤੇ ਜ਼ਬਰਦਸਤੀ ਕਰਦੇ ਸੀਗੇ ਕਿ ਤੁਸੀਂ ਮੁਸਲਿਮ ਧਰਮ ਨੂੰ ਅਪਣਾਓ। ਤਾਂ ਇਹ ਉਤਪੀੜਨ ਜੋ ਹੈਗੇ ਆ, ਤਾਂ ਇੰਡੀਆ ਨੇ ਇਹਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਸੀਗੇ ਕਿ ਜੇਕਰ ਉਹ ਇਸ ਤਰ੍ਹਾਂ ਉੱਥੇ ਪ੍ਰਤਾੜਿਤ ਕੀਤੇ ਜਾ ਰਹੇ ਨੇ, ਤਾਂ ਉਹ ਜੋ ਇੰਡੀਆ ਦੇ ਵਿੱਚ ਆ ਸਕਦੇ ਆ, ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਤਾਂ ਇਹਦੇ ਲਈ ਜੋ ਇਹਨਾਂ ਦੇਸ਼ਾਂ ਵਿੱਚ ਇਸਲਾਮਿਕ ਧਰਮ ਹੈਗਾ ਸੀਗਾ, ਜਿਹਦੇ ਕਾਰਨ ਕੁਝ ਕੁ ਜੋ ਇਹਨਾਂ ਨੂੰ ਰਾਈਟ ਦੇਣੇ ਸੀਗੇ ਇੰਡੀਆ ਨੇ, ਤਾਂ 2019 ਦੇ ਵਿੱਚ ਅਮੈਂਡਮੈਂਟ ਕਰਕੇ ਇਹਨਾਂ ਦੇਸ਼ਾਂ ਦੇ ਜਿਹੜੇ ਇਹ ਕਾਸਟਾਂ ਵਾਲੇ ਹੈਗੇ ਆ, ਤਾਂ ਇਹਨਾਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਔਰ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਗਈ। ਤਾਂ ਜੋ 2019 ਐਕਟ ਦੇ ਵਿੱਚ ਮੇਨ ਇਹ ਚੀਜ਼ ਸੀ ਹੈਗੀ ਸੀਗੀ। ਤਾਂ ਨੈਕਸਟ ਬੱਚੇ ਅਸੀਂ ਚੱਲਦੇ ਆ ਕਿ ਦੇਖੋ ਨਾਗਰਿਕਤਾ ਜੋ ਲੈਣ ਦੇ ਤਰੀਕੇ ਕੀ ਹੈਗੇ ਆ, ਉਹ ਅਸੀਂ ਹੁਣ ਪੜਾਂਗੇ ਡਿਟੇਲ ਵਾਈਜ਼ ਬੱਚੇ, ਜਿਹਦੇ ਵਿੱਚ ਸਭ ਤੋਂ ਪਹਿਲੇ ਬਾਈ ਬਰਥ, ਨੈਚੁਰਲਾਈਜੇਸ਼ਨ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਔਰ ਇੱਕ ਜੋ ਹੈਗਾ ਟੈਰੀਟਰੀ ਜੋ ਖੇਤਰ ਦੇ ਆਧਾਰ ਤੇ ਵੀ ਜੋ ਮਿਲੇਗੀ ਸਿਟੀਜ਼ਨਸ਼ਿਪ, ਉਹ ਹੈਗਾ ਜਿਵੇਂ ਕਿ ਜੋ 5th ਹੈਗਾ ਬਾਈ ਇਨਕੋਰਪੋਰੇਸ਼ਨ ਆਫ ਟੈਰੀਟੋਰੀ। ਠੀਕ ਹੈ ਬੱਚੇ, ਕਿਸੇ ਖੇਤਰ ਦੇ ਸਮਾਵੇਸ਼ ਤੋਂ। ਤਾਂ ਹੁਣ ਅਸੀਂ ਸਭ ਤੋਂ ਪਹਿਲੇ ਕਰਦੇ ਹਾਂ ਬਾਈ ਬਰਥ।
ਇੱਕ ਜਨਮ ਦੇ ਆਧਾਰ ਤੇ ਕਿਸ ਤਰ੍ਹਾਂ ਨਾਗਰਿਕਤਾ ਨੂੰ ਅਸੀਂ ਲੈ ਸਕਦੇ ਹਾਂ। ਤਾਂ ਦੇਖੋ ਬੱਚੇ 26 ਜਨ 1950 ਤੋਂ 1 ਜੁਲਾਈ 1987 ਤੱਕ ਜਿਹੜੇ ਭਾਰਤ ਦੇ ਜੰਮਪਲ ਹਨ ਉਹ ਭਾਰਤ ਦੇ ਵਿੱਚ ਨਾਗਰਿਕ ਹਨ। ਤਾਂ ਪਹਿਲੀ ਕੰਡੀਸ਼ਨ ਇਹ ਰੱਖੀ ਗਈ, ਦੇਖੋ ਇਹ ਵਾਲੀ ਡੇਟ ਕਿਉਂ ਮੈਂਸ਼ਨ ਹੈ, ਇਹ ਵਾਲੀ ਡੇਟ ਇਸ ਲਈ ਮੈਂਸ਼ਨ ਹੈ ਕਿਉਂਕਿ ਇਸ ਟਾਈਮ ਜੋ ਸੰਵਿਧਾਨ ਲਾਗੂ ਹੋਇਆ ਸੀ, ਇਸ ਤੋਂ ਬਾਅਦ ਰੂਲ ਲਾਗੂ ਸ਼ੁਰੂ ਹੋ ਗਏ ਸੀਗੇ। ਤੇ ਇਹ ਵਾਲੀ ਡੇਟ ਕੀ ਹੈਗਾ, ਕਹਿੰਦੇ ਕਿ ਇਹ ਡੇਟ ਤੇ ਆਹ ਵਾਲੀ ਡੇਟ ਦੇ ਵਿਚਕਾਰ ਜਿਹੜੇ ਵੀ ਭਾਰਤ ਦੇ ਜੰਮਪਲ ਨੇ ਉਹ ਭਾਰਤ ਦੇ ਨਾਗਰਿਕ ਹੋਣਗੇ। ਦੇਖੋ 1986 ਦੇ ਵਿੱਚ ਅਮੈਂਡਮੈਂਟ ਹੋਈ ਸੀਗੀ, ਤਾਂ ਕਰਕੇ ਇਹ ਬਸ ਡੇਟ ਮੈਂਸ਼ਨ ਜਿਹੜੇ ਇਹਦੇ ਵਿੱਚ ਹੈਗੇ ਆ ਉਹ ਜੋ ਐਵੇਂ ਕੰਡੀਸ਼ਨ ਰੱਖੇਗੀ ਕਿ ਜਿਨ੍ਹਾਂ ਨੇ ਬੋਰਨ ਹੋਏ ਆ ਇਸ ਡੇਟ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੇਗੀ। ਫਿਰ ਇਹਨਾਂ ਦੇ ਵਿੱਚ ਅਮੈਂਡਮੈਂਟਸ ਹੋਈਆਂ ਕਿਉਂਕਿ ਦੇਖੋ ਬੱਚੇ ਹੁਣ ਇਹ ਕਹਿੰਦੇ ਕਿ ਸਿੱਧਾ ਐਸ ਪੈ ਸਟਾਰਟਿੰਗ ਤੋਂ ਇਹੀ ਇਹਦੇ ਵਿੱਚ ਜਨਮ ਬਾਈ ਬਰਥ ਦੇ ਆਧਾਰ ਤੇ ਲਿਖ ਦਿੱਤਾ ਕਿ ਜੋ ਜੰਮਪਲ ਦੇ ਆਧਾਰ ਤੇ ਜੋ ਸਿਟੀਜ਼ਨਸ਼ਿਪ ਮਿਲੇਗੀ। ਤਾਂ ਇਸ ਤਰ੍ਹਾਂ ਵੀ ਹੋਇਆ ਜਿਵੇਂ ਜੋ ਪਾਕਿਸਤਾਨ ਤੋਂ ਜੋ ਕਸ਼ਮੀਰ ਦੇ ਵਿੱਚ ਜੋ ਸਪੋਜ਼ ਜਿਵੇਂ ਕਸ਼ਮੀਰ ਦੇ ਵਿੱਚ ਕੋਈ ਵੀ ਲੜਕੀ ਰਹਿ ਰਹੀ ਹੈ, ਪਾਕਿਸਤਾਨ ਲੜਕੇ ਦੇ ਨਾਲ ਮੈਰਿਜ ਕਰਵਾਉਂਦੀ ਹੈ ਜਾਂ ਉਹ ਪਾਕਿਸਤਾਨ ਆ ਜਾਂਦੇ ਹੈ ਤਾਂ ਉਹਨਾਂ ਨੂੰ ਸਿੱਧਾ ਹੀ ਸਿਟੀਜ਼ਨਸ਼ਿਪ ਮਿਲ ਜਾਏਗੀ। ਤਾਂ ਇਸ ਤਰ੍ਹਾਂ ਜੋ ਹੈਗਾ ਆਤੰਕਵਾਦੀ ਜੋ ਐਂਟਰ ਕਰ ਸਕਦੇ ਸੀਗੇ, ਇਹ ਵਾਲੀ ਪ੍ਰੋਬਲਮ ਆਈ। ਤਾਂ ਜਦੋਂ ਉਹਨਾਂ ਦੇ 1986 ਦੇ ਵਿੱਚ ਜੋ ਇਹਨਾਂ ਦੇ ਦਿਮਾਗ ਵਿੱਚ ਆਇਆ ਕਿ ਇਹ ਤਾਂ ਜੋ ਰੂਲ ਗਲਤ ਹੈਗਾ ਤਾਂ ਉਹਨਾਂ ਨੇ ਸੋਧਾਂ ਦੇ ਨਾਲ ਕੁਝ ਕੁ ਪੁਆਇੰਟ ਹੋਰ ਐਡ ਕੀਤੇ। ਉਹ ਕੀ ਕੀਤੇ ਦੇਖੋ, ਫਿਰ ਕੀ ਕਹਿੰਦੇ 1 ਜੁਲਾਈ 1987 ਨੂੰ ਜਾਂ ਉਸ ਤੋਂ ਬਾਅਦ ਭਾਰਤ ਵਿੱਚ ਜਨਮੇ ਵਿਅਕਤੀ ਨੂੰ ਇੰਡੀਆ ਦਾ ਨਾਗਰਿਕ ਮੰਨਿਆ ਜਾਂਦਾ ਹੈ। ਕਹਿੰਦੇ ਇੰਡੀਆ ਦਾ ਨਾਗਰਿਕ ਤਾਂ ਮੰਨਿਆ ਜਾਂਦਾ ਹੈ ਪਰ ਉਹਦੇ ਅੱਗੇ ਕੀ ਕੰਡੀਸ਼ਨ ਰੱਖੀ ਗਈ ਹੈ ਦੇਖੋ, ਕਹਿੰਦੇ ਜੇਕਰ ਉਸਦੇ ਜਨਮ ਸਮੇਂ ਉਸਦੇ ਪੇਰੈਂਟਸ ਵਿੱਚੋਂ ਕੋਈ ਵੀ ਮਤਲਬ ਕੋਈ ਵੀ ਇੱਕ ਭਾਰਤ ਦਾ ਨਾਗਰਿਕ ਹੋਵੇ, ਇੰਡੀਆ ਦਾ ਨਾਗਰਿਕ ਹੋਣਾ ਕੰਪਲਸਰੀ ਹੈਗਾ। ਇਹ 1987 ਦੇ ਵਿੱਚ ਇਹ ਕੰਡੀਸ਼ਨ ਸੋਧ ਕਰਕੇ ਇਹ ਵਾਲਾ ਪੁਆਇੰਟ ਐਡ ਕੀਤਾ। ਇਹ ਵਾਲਾ ਪੁਆਇੰਟ ਐਡ ਕਰਨ ਤੋਂ ਬਾਅਦ ਇੱਕ ਕੰਡੀਸ਼ਨ ਹੋਰ ਰੱਖਤੀ। ਉਹ ਇਸ ਤਰ੍ਹਾਂ ਵੀ ਹੋ ਸਕਦਾ ਹੁਣ ਜਿਵੇਂ ਲਾਸਟ ਹੈਗਾ, ਕਹਿੰਦੇ ਜਿਵੇਂ ਇੱਕ ਜਣਾ ਚਲੋ ਹੋਇਆ, ਮਾਤਾ ਹੋਇਆ ਜਾਂ ਪਿਤਾ ਹੋਇਆ, ਚਲੋ ਮਦਰ ਹੋਇਆ, ਪਰ ਫਾਦਰ ਜੇਕਰ ਬਾਹਰ ਦਾ ਹੋਇਆ ਤਾਂ ਪਰ ਉਹਦੇ ਕੋਲ ਵੀ ਲੀਗਲ ਤੌਰ ਤੇ ਜੋ ਉਹਦੇ ਕੋਲ ਡਾਕੂਮੈਂਟ ਜੋ ਵੈਰੀਫਿਕੇਸ਼ਨ ਹੋਣੀ ਕੰਪਲਸਰੀ ਸੀਗੀ। ਤਾਂ ਕਰਕੇ ਕੀ ਹੋ ਗਿਆ 3 ਦਸੰਬਰ 2004 ਦੇਖੋ ਫਸਟ ਪਹਿਲਾਂ 26 ਜੈਨ 1950 ਦੇ ਵਿੱਚ ਸਿਰਫ ਕਿਹਾ ਗਿਆ ਕਿ ਮਾਤਾ ਜੋ ਬੱਚੇ ਨੇ ਜਨਮ ਲਿਆ ਹੈਗਾ ਉਹ ਭਾਰਤ ਦਾ ਨਾਗਰਿਕ ਬਣ ਸਕਦਾ ਹੈ। ਠੀਕ ਹੈ, ਫਿਰ ਕੰਡੀਸ਼ਨ ਰੱਖੀ ਗਈ ਬੱਚੇ ਲਾਸਟ ਤੇ ਜੋ ਹੈਗਾ 1 ਜੁਲਾਈ 1986 ਦੇ ਵਿੱਚ। ਇਹਦੇ ਵਿੱਚ ਕੀ ਜਦੋਂ ਅਮੈਂਡਮੈਂਟ ਹੋਇਆ ਇਹ ਕਿਹਾ ਕਿ ਪੇਰੈਂਟਸ ਦੇ ਵਿੱਚੋਂ ਇੱਕ ਜੋ ਭਾਰਤ ਦਾ ਨਾਗਰਿਕ ਹੋਵੇ, ਪਰ ਇਹ ਨਹੀਂ ਕਿਹਾ ਗਿਆ ਕਿ ਦਸਤਾਵੇਜ਼ ਜੋ ਵੈਰੀਫਿਕੇਸ਼ਨ ਜੋ ਕੰਪਲਸਰੀ ਹੋਣਾ ਚਾਹੀਦਾ। ਤਾਂ 3 ਦਸੰਬਰ 2004 ਨੂੰ ਕੀ ਕਿਹਾ ਗਿਆ, ਕਹਿੰਦੇ ਇਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਏ ਲੋਕਾਂ ਨੂੰ ਇੰਡੀਆ ਦਾ ਨਾਗਰਿਕ ਮੰਨਿਆ ਜਾਂਦਾ ਹੈ ਜੇਕਰ ਉਹਨਾਂ ਦੇ ਪੇਰੈਂਟਸ ਦੋਵੇਂ ਇੰਡੀਆ ਦੇ ਨਾਗਰਿਕ ਹਨ ਜਾਂ ਉਹਨਾਂ ਦੇ ਪੇਰੈਂਟਸ ਵਿੱਚੋਂ ਇੱਕ ਭਾਰਤ ਦਾ ਨਾਗਰਿਕ ਹੋਵੇ। ਤਾਂ ਮੈਂ ਤੁਹਾਨੂੰ ਸਿੰਪਲ ਜੀ ਭਾਸ਼ਾ ਵਿੱਚ ਦੱਸਦੀ ਹਾਂ 2004 ਦੇ ਵਿੱਚ ਕੀ ਕਿਹਾ ਗਿਆ। ਉਹਨਾਂ ਨੇ ਕਿਹਾ ਗਿਆ ਕਿ ਜੇਕਰ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸਦੇ ਪੇਰੈਂਟਸ ਸਿਟੀਜ਼ਨਸ਼ਿਪ ਦਾ ਵੈਲਿਡ ਡਾਕੂਮੈਂਟ ਹੋਣਾ ਚਾਹੀਦਾ ਹੈ। ਤਾਂ ਸਿਟੀਜ਼ਨਸ਼ਿਪ ਦਾ ਪੇਰੈਂਟਸ ਦਾ ਕੀ ਹੋਣਾ ਚਾਹੀਦਾ ਹੈ, ਪੇਰੈਂਟਸ ਦਾ ਵੈਲਿਡ ਡਾਕੂਮੈਂਟ ਕੰਪਲਸਰੀ ਹੈਗਾ। ਇਹ 3 ਕੰਡੀਸ਼ਨਾਂ ਬਾਈ ਬਰਥ ਦੇ ਆਧਾਰ ਤੇ ਹੈਗੀਆਂ ਨੇ ਬੱਚੇ। ਇਹ ਬਹੁਤ ਇੰਪੋਰਟੈਂਟ ਹੈਗੀਆਂ ਨੇ, ਬਹੁਤ ਡਿਟੇਲ ਦੇ ਨਾਲ ਤੁਹਾਨੂੰ ਕਰਵਾਇਆ ਜਾ ਰਿਹਾ, ਇਸ ਤੋਂ ਡਿਟੇਲ ਦੇ ਨਾਲ ਨਹੀਂ ਹੋ ਸਕਦਾ। ਤਾਂ ਤੁਸੀਂ ਇੱਕ ਵਾਰ ਰਿਪੀਟ ਕਰ ਲੈਣਾ, ਚੰਗੀ ਤਰ੍ਹਾਂ ਪੜ੍ਹ ਲੈਣਾ। ਤਾਂ ਨੈਕਸਟ ਹੈਗਾ ਜੋ ਬਾਈ ਡਿਸੈਂਟ ਵੰਸ਼ ਦੇ ਆਧਾਰ ਤੇ ਕੀ ਹੈਗਾ ਬੱਚੇ। ਪਹਿਲਾਂ ਮੈਂ ਤੁਹਾਨੂੰ ਆਪਣੇ ਅਕੋਰਡਿੰਗ ਸਮਝਾਉਂਦੀ ਹਾਂ, ਫਿਰ ਅਸੀਂ ਇਹ ਪੜਾਂਗੇ ਵੰਸ਼ ਦੇ ਆਧਾਰ ਤੇ ਕੀ ਹੈਗਾ ਬੱਚੇ। ਕਹਿੰਦੇ ਕਿ ਪਹਿਲੇ ਸਟਾਰਟਿੰਗ ਜਦੋਂ 26 ਜਨਵਰੀ 1950 ਦੇ ਵਿੱਚ ਇਹ ਕੰਡੀਸ਼ਨ ਇਹ ਰੱਖੀ ਗਈ, ਕਹਿੰਦੇ ਕਿ ਵੰਸ਼ ਦੇ ਜਿਹਦਾ ਪਿਤਾ ਜੋ ਇੰਡੀਆ ਦਾ ਹੈਗਾ ਨਾਗਰਿਕ, ਤਾਂ ਬੱਚੇ ਨੂੰ ਜੋ ਵੰਸ਼ ਦੇ ਆਧਾਰ ਤੇ ਕੀ ਨਾਗਰਿਕਤਾ ਮਿਲੀ ਜਾਏਗੀ। ਤਾਂ ਇਹਦੇ ਵਿੱਚ ਹੁਣ ਦੇਖੋ ਸਪੋਜ਼ ਹੁਣ ਕੋਈ ਲੜਕੀ ਹੈ,
ਉਹ ਤਾਂ ਇੰਡੀਆ ਦੀ ਹੈਗੀ ਹੈ, ਜੋ ਫਾਦਰ ਹੈਗਾ ਕਿਸੇ ਹੋਰ ਦੇਸ਼ ਦਾ ਹੈਗਾ, ਕਿ ਇਹਦਾ ਮਤਲਬ ਕਿ ਉਹ ਬੱਚੇ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਹੀ ਨਹੀਂ ਮਿਲੇਗੀ। ਤਾਂ ਇਹਦੇ ਵਿੱਚ ਫਿਰ ਅਮੈਂਡਮੈਂਟ ਹੋਈ। ਅਮੈਂਡਮੈਂਟ ਕਦੋਂ ਹੋਈ? 1992 ਦੇ ਵਿੱਚ। ਫਿਰ ਇਹ ਕਿਹਾ ਗਿਆ ਕਿ ਜੇਕਰ ਮਾਤਾ ਜਾਂ ਪਿਤਾ ਦੋਨਾਂ ਵਿੱਚੋਂ ਇੱਕ ਵੀ ਹੋਵੇ, ਦੋਨਾਂ ਵਿੱਚੋਂ ਇੱਕ ਵੀ ਜੋ ਇੰਡੀਆ ਦਾ ਨਾਗਰਿਕ ਹੋਏ, ਤਾਂ ਉਹਨਾਂ ਨੂੰ ਜੋ ਮਿਲ ਸਕਦੀ ਹੈ ਸਿਟੀਜ਼ਨਸ਼ਿਪ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਏਗੀ ਕਿ 26 ਜੈਨ ਨੂੰ ਇਕੱਲਾ ਐਵੇਂ ਕਹਿੰਦੇ ਕਿ ਪਿਤਾ ਜੋ ਹੈਗਾ ਨਾਗਰਿਕ ਹੈਗਾ ਨਾ, ਤਾਂ ਉਹਨੂੰ ਵੰਸ਼ ਦੇ ਆਧਾਰ ਤੇ ਮਿਲੇਗੀ, ਮਤਲਬ ਮਾਤਾ ਜੇਕਰ ਹੋਏਗੀ ਤਾਂ ਨਹੀਂ ਮਿਲੇਗੀ। ਤਾਂ ਇਹ ਕਿਹਾ ਗਿਆ। ਤਾਂ ਫਿਰ ਇਹਦੇ ਵਿੱਚ ਅਮੈਂਡਮੈਂਟ ਹੋਈ, ਗਲਤੀਆਂ ਦੀ ਅਮੈਂਡਮੈਂਟ ਹੋਈ, ਸੋਧਾਂ ਹੋਈਆਂ। ਕਹਿੰਦੇ ਕਿ 10 ਦਸੰਬਰ 1992 ਤੱਕ ਜਿਹੜਾ ਬੱਚਾ ਵਿਦੇਸ਼ ਵਿੱਚ ਜੰਮਿਆ ਹੈ ਤਾਂ ਉਹਨੂੰ ਨਾਗਰਿਕ ਮਿਲੇਗੀ ਜੇਕਰ ਪਿਤਾ ਭਾਰਤੀ ਹੈ, ਇਹ ਕਿਹਾ ਗਿਆ। ਫਿਰ 92 ਦੇ ਵਿੱਚ ਅਮੈਂਡਮੈਂਟ ਹੋਣ ਤੋਂ ਬਾਅਦ ਮਾਤਾ ਜਾਂ ਪਿਤਾ ਦੋਨਾਂ ਵਿੱਚੋਂ ਇੱਕ ਭਾਰਤ ਨਾਗਰਿਕ ਹੋਵੇ ਤਾਂ ਉਹਨੂੰ ਅਮੈਂਡਮੈਂਟਸ ਦਿੱਤੀ ਜਾ ਸਕਦੀ ਹੈ। ਬਾਈ ਡਿਸੈਂਟ ਵੀ ਉਮੀਦ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਦਸੰਬਰ 2004 ਤੋਂ ਬਾਅਦ ਬੱਚੇ ਦੇ ਜਨਮ ਦੇ ਸਾਲ ਦੇ ਵਿੱਚ ਪੰਜੀਕ੍ਰਿਤ ਹੋਣਾ ਜ਼ਰੂਰੀ ਹੈ। ਫਿਰ ਕਹਿੰਦੇ 2004 ਦੇ ਵਿੱਚ ਕੀ ਐਡ ਕੀਤਾ ਗਿਆ, ਜਿਹੜੀ ਅਮੈਂਡਮੈਂਟ ਹੋਈ ਸੀ 2005 ਦੇ ਵਿੱਚ, ਤਾਂ ਇਹ 2004 ਦੇ ਵਿੱਚ ਰੂਲ ਬਣ ਗਿਆ, ਤਾਂ ਕਰਕੇ ਦਸੰਬਰ 2004 ਲਿਖਿਆ ਹੋਇਆ। ਕਹਿੰਦੇ ਬੱਚੇ ਦਾ ਜਨਮ ਦੇ ਸਾਲ ਦੇ ਵਿੱਚ ਮਤਲਬ 1 ਸਾਲ 365 ਦਿਨਾਂ ਦੇ ਵਿੱਚ ਜੇਕਰ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ। ਜੇਕਰ ਸਮਾਂ ਵੱਧ ਹੋਵੇਗਾ ਤਾਂ ਸਰਕਾਰ ਦੀ ਮਨਜ਼ੂਰੀ ਲੈ ਕੇ ਹੀ ਰਜਿਸਟ੍ਰੇਸ਼ਨ ਹੋਏਗੀ, ਮਤਲਬ ਫਿਰ ਹੋਰ ਕੰਡੀਸ਼ਨਸ ਜੋ ਰੱਖੀਆਂ ਜਾਣਗੀਆਂ। ਤਾਂ ਇਹ ਵੀ ਥਰਡ ਕੰਡੀਸ਼ਨ ਵੀ 2005 ਦੇ ਵਿੱਚ ਰੱਖੇਗੀ। ਦੇਖੋ ਹੁਣ ਅਮੈਂਡਮੈਂਟਸ ਹੋ ਰਹੀਆਂ ਨਾ, 1955 ਦੇ ਵਿੱਚ ਸਿਰਫ ਇੱਕ ਕੰਡੀਸ਼ਨ ਇਹਨਾਂ ਨੇ ਐਡ ਕੀਤੀ ਕਿ ਪਿਤਾ ਜੋ ਹੈਗਾ ਉਹ ਨਹੀਂ 26 ਜਨਵਰੀ ਨੂੰ 1950 ਦੇ ਵਿੱਚ ਸਿਰਫ ਇੱਕ ਕੰਡੀਸ਼ਨ ਰੱਖੇਗੀ ਕਿ ਪਿਤਾ ਜੋ ਹੈਗਾ ਵੰਸ਼ ਦੇ ਆਧਾਰ ਤੇ ਨਾਗਰਿਕ ਬਣ ਸਕਦਾ ਹੈ। ਫਿਰ ਰੱਖੇਗੀ ਕਿ ਮਾਤਾ ਪਿਤਾ ਦੋਨਾਂ ਦੇ ਵਿੱਚੋਂ ਹੋ ਸਕਦਾ ਹੈ, ਇਹ 92 ਦੇ ਵਿੱਚ ਰੱਖੇਗੀ। 2004 ਦੇ ਵਿੱਚ ਕੀ ਕਿਹਾ ਗਿਆ? 365 ਦੇ ਅੰਦਰ ਜੇਕਰ ਰਜਿਸਟ੍ਰੇਸ਼ਨ ਹੋਗੀ ਬੱਚੇ ਦੀ ਤਾਂ ਠੀਕ ਹੈ, ਨਹੀਂ ਤਾਂ ਹੋਰ ਕੰਡੀਸ਼ਨ ਸਰਕਾਰ ਰੱਖੇਗੀ। ਤਾਂ ਅੱਗੇ ਹੈਗਾ ਬਾਈ ਰਜਿਸਟ੍ਰੇਸ਼ਨ। ਬਾਈ ਰਜਿਸਟ੍ਰੇਸ਼ਨ ਦੇ ਵਿੱਚ ਕੀ ਹੈਗਾ ਬੱਚੇ, ਹੁਣ ਅਸੀਂ ਪੜ੍ਹਦੇ ਹਾਂ। ਕਹਿੰਦੇ ਇੱਕ ਵਾਰ ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿ ਬਾਈ ਜੋ ਰਜਿਸਟ੍ਰੇਸ਼ਨ ਕੀ ਹੈਗਾ। ਬਾਈ ਰਜਿਸਟ੍ਰੇਸ਼ਨ ਹੈਗਾ ਬੱਚੇ, ਜੇਕਰ ਕੋਈ ਵਿਦੇਸ਼ੀ ਭਾਰਤ ਵਿੱਚ ਨੌਕਰੀ ਕਰਨ ਆਇਆ, ਸਪੋਜ਼ ਕੋਈ ਫੋਰਨਰ ਹੈਗਾ, ਕੋਈ ਇੰਗਲੈਂਡ ਤੋਂ ਆਇਆ, ਚਾਈਨਾ ਤੋਂ ਆਇਆ, ਮਤਲਬ ਉੱਥੋਂ ਦੀ ਵਿਦੇਸ਼ ਕੰਪਨੀ ਨੇ ਇੱਥੇ ਭੇਜਤਾ, ਇੱਕ ਐਗਜ਼ਾਮਪਲ ਦੇ ਤੌਰ ਤੇ ਹੈ, ਤਾਂ ਮਤਲਬ ਉਹ ਫੋਰਨਰ ਨੂੰ ਇੰਡੀਆ ਦਾ ਐਨਵਾਇਰਨਮੈਂਟ ਵਧੀਆ ਹੋ ਗਿਆ ਜਾਂ ਕੁਛ ਵੀ ਉਹ ਇੱਥੇ ਇੰਡੀਆ ਦਾ ਉਹਨੂੰ ਵਧੀਆ ਲੱਗਿਆ, ਤਾਂ ਉਹ ਇੱਥੇ ਪਰਮਾਨੈਂਟ ਰਹਿਣਾ ਚਾਹੁੰਦਾ ਹੈ, ਠੀਕ ਹੈ। ਤਾਂ ਉਹ ਸਭ ਤੋਂ ਪਹਿਲੇ ਕੀ ਕੰਡੀਸ਼ਨ ਕਰਨੀ ਪਏਗੀ, ਤਾਂ 7 ਈਅਰਸ ਜੇਕਰ ਉਹ ਪੱਕੇ ਤੌਰ ਤੇ ਰਹਿ ਰਿਹਾ ਹੈ ਤਾਂ ਦੈਨ ਉਹ ਰਜਿਸਟ੍ਰੇਸ਼ਨ ਕਰਵਾਏਗਾ, ਦੈਨ ਸਿਟੀਜ਼ਨਸ਼ਿਪ ਮਿਲ ਜਾਏਗੀ। ਇੱਕ ਇਹ ਵਾਲਾ ਹੋਗੀ ਕੰਡੀਸ਼ਨ। ਸੈਕਿੰਡ ਕੰਡੀਸ਼ਨ ਦੇ ਵਿੱਚ ਸਪੋਜ਼ ਇੰਡੀਆ ਦੀ ਮਤਲਬ ਕੋਈ ਵੀ ਗਰਲ ਹੈ ਜਾਂ ਕੋਈ ਵੀ ਬॉय ਹੈਗਾ, ਉਹ ਕਿਸੇ ਬਾਹਰਲੇ ਪਰਸਨ ਦੇ ਨਾਲ ਮੈਰਿਜ ਕਰਦਾ ਹੈ, ਠੀਕ ਹੈ। ਤਾਂ ਉਹ ਜੇਕਰ 7 ਈਅਰ ਹੋ ਗਏ ਹੈ ਮੈਰਿਜ ਨੂੰ, ਇੱਥੇ ਪੱਕੇ ਤੌਰ ਤੇ ਰਹਿ ਰਹੇ ਹੈ, ਠੀਕ ਹੈ, ਤਾਂ ਪਲੱਸ 6 ਮੰਥ ਦੀ ਰਜਿਸਟ੍ਰੇਸ਼ਨ ਹੋਏਗੀ ਤਾਂ ਉਹ ਇੱਥੇ ਸਟੇ ਕਰ ਸਕਦਾ, ਉਸਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ। ਇਹ ਹੋ ਗਿਆ, ਇਹ ਕੰਡੀਸ਼ਨਸ ਹੈਗੀਆਂ ਨੇ। ਹੁਣ ਅਸੀਂ ਇੱਥੇ ਦੇਖਦੇ ਹਾਂ ਕੀ ਲਿਖਿਆ। ਕਹਿੰਦੇ ਉਹ ਬੰਦਾ ਭਾਰਤੀ ਮੂਲ ਦਾ ਹੋਵੇ ਅਤੇ ਬਿਨੇ ਪੱਤਰ ਦੇਣ ਤੋਂ ਪਹਿਲਾਂ ਉਹ ਲਗਾਤਾਰ 7 ਈਅਰਸ ਤੋਂ ਇੰਡੀਆ ਵਿੱਚ ਰਹਿ ਰਿਹਾ ਹੋਵੇ। The person must be an Indian origin, ਮਤਲਬ ਮੂਲ ਦਾ ਮਤਲਬ ਇਹ ਹੈਗਾ, ਭਾਰਤੀ ਮੂਲ ਦਾ ਮਤਲਬ ਪਹਿਲਾਂ ਉਹ ਇੰਡੀਆ ਦੇ ਵਿੱਚ ਰਿਹਾ ਹੋਵੇ ਜਾਂ ਉਹਨਾਂ ਦੇ ਪੇਰੈਂਟਸ ਰਿਲੇਟ ਹੋਣ, ਠੀਕ ਹੈ। ਅਤੇ ਬਿਨੇ ਪੱਤਰ ਦੇਣ ਤੋਂ ਪਹਿਲੇ 7 ਈਅਰਸ, ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ, ਕੋਈ ਜੋਬ ਕਰ ਰਿਹਾ 7 ਈਅਰ ਤੱਕ ਰਹਿ ਰਿਹਾ, ਤਾਂ ਉਹ ਇੱਥੇ ਇੰਡੀਆ ਦੇ ਵਿੱਚ ਰਹਿਣਾ ਚਾਹੁੰਦਾ ਹੈ, ਤਾਂ ਕੀ ਕੰਡੀਸ਼ਨਸ ਅਪਲਾਈ ਕਰਨੀਆਂ ਪੈਣੀਆਂ ਬਾਈ ਰਜਿਸਟ੍ਰੇਸ਼ਨ ਦੇ ਆਧਾਰ ਤੇ। ਤਾਂ ਨੈਕਸਟ ਹੈਗਾ ਉਸ ਵਿਅਕਤੀ ਦਾ ਕਿਸੇ ਇੰਡੀਆ ਵਿਅਕਤੀ ਦੇ ਨਾਲ ਜੇਕਰ ਮੈਰਿਜ ਹੁੰਦੀ ਹੈ ਤਾਂ 7 ਈਅਰ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਬਿਨੇ ਪੱਤਰ ਦੇਣ ਤੋਂ ਪਹਿਲੇ। ਨੈਕਸਟ ਹੈਗਾ ਇੰਡੀਆ ਮੂਲ ਦਾ ਨਾਗਰਿਕ ਕਿਸੇ ਵੀ ਵਿਦੇਸ਼ੀ ਮੁਲਕ ਵਿੱਚ ਰਹਿ ਰਿਹਾ ਹੋਵੇ, ਪਰ ਉਹ ਮੁਲਕ ਵੰਡ ਤੋਂ ਪਹਿਲਾਂ ਇੰਡੀਆ ਤੋਂ ਬਾਹਰ ਹੋਣਾ ਚਾਹੀਦਾ ਹੈ।
ਤਾਂ ਇਹ ਕੰਡੀਸ਼ਨ ਹੈ। ਇੱਕ ਹੈਗਾ ਬੱਚੇ ਨਾਬਾਲਿਗ ਬੱਚੇ ਜਿਨ੍ਹਾਂ ਦੇ ਪੇਰੈਂਟਸ ਇੰਡੀਆ ਨਾਗਰਿਕ ਹੋਣ। ਠੀਕ ਹੈ ਬੱਚੇ, ਜੇਕਰ ਉਹਨਾਂ ਦੇ ਪੇਰੈਂਟਸ ਇੰਡੀਆ ਦੇ ਨਾਗਰਿਕ ਹੈਗੇ ਨੇ ਤਾਂ ਨਾਬਾਲਿਗ ਬੱਚੇ ਨੇ ਤਾਂ ਉਹਨਾਂ ਨੂੰ ਵੀ ਇੰਡੀਆ ਦੀ ਜੋ ਕੰਡੀਸ਼ਨਸ ਜੋ ਬਾਈ ਰਜਿਸਟ੍ਰੇਸ਼ਨ ਦੇ ਆਧਾਰ ਤੇ ਜੋ ਨਾਗਰਿਕਤਾ ਮਿਲ ਸਕਦੀ ਹੈ। ਉਹ ਵਿਅਕਤੀ ਜਿਨ੍ਹਾਂ ਦੇ ਮਾਂ ਜਾਂ ਬਾਪ ਕਦੇ ਇੰਡੀਆ ਦੇ ਨਾਗਰਿਕ ਸਨ ਤੇ ਉਹ ਆਪ ਚਾਹਵਾਨ ਵਿਅਕਤੀ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ ਤਾਂ ਉਹਨਾਂ ਨੂੰ ਵੀ ਬਾਈ ਰਜਿਸਟ੍ਰੇਸ਼ਨ ਦੇ ਆਧਾਰ ਤੇ ਸਿਟੀਜ਼ਨਸ਼ਿਪ ਮਿਲੇਗੀ। ਜੇਕਰ ਕੋਈ ਵਿਦੇਸ਼ੀ ਵਿਅਕਤੀ ਜਿਹੜਾ 5 ਸਾਲ ਤੋਂ ਇੰਡੀਆ ਵਿੱਚ ਰਹਿ ਰਿਹਾ ਹੋਵੇ ਤੇ ਬਿਨੇ ਪੱਤਰ ਦੇਣ ਤੋਂ ਪਹਿਲਾਂ 1 ਸਾਲ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਵੀ ਉਹਨਾਂ ਨੂੰ ਬਾਈ ਰਜਿਸਟ੍ਰੇਸ਼ਨ ਦੇ ਆਧਾਰ ਤੇ ਸਿਟੀਜ਼ਨਸ਼ਿਪ ਮਿਲੇਗੀ। ਹੁਣ ਹੈਗਾ ਅੱਗੇ ਬੱਚੇ ਬਾਈ ਨੈਚੁਰਲਾਈਜੇਸ਼ਨ, ਮਤਲਬ ਇੱਕ ਕੁਦਰਤੀ ਤੌਰ ਤੇ ਕਿਸ ਟਾਈਪ ਦੇ ਨਾਲ ਰਜਿਸਟ੍ਰੇਸ਼ਨ ਮਿਲੇਗੀ। ਦੇਖੋ ਇਹਦੇ ਵਿੱਚ ਜੋ 3 ਕੰਡੀਸ਼ਨਸ ਰੱਖੀਆਂ ਗਈਆਂ ਹੈਗੀਆਂ, ਕਿਹੜੀਆਂ ਕਿਹੜੀਆਂ ਬੱਚੇ ਕੰਡੀਸ਼ਨਸ ਰੱਖੀਆਂ ਗਈਆਂ। ਇੱਕ ਤਾਂ ਘੱਟ ਤੋਂ ਘੱਟ 10 ਸਾਲ 10 ਸਾਲ ਰਹਿਣਾ ਪਏਗਾ ਫਸਟ ਕੰਡੀਸ਼ਨ ਨੈਚੁਰਲਾਈਜੇਸ਼ਨ ਦੇ ਆਧਾਰ ਤੇ। ਇੱਕ ਜੋ 8th ਸ਼ਡਿਊਲ ਦੇ ਅਕੋਰਡਿੰਗ ਬਾਈ ਆਫੀਸ਼ੀਅਲ ਲੈਂਗੁਏਜ ਦੇ ਵਿੱਚੋਂ ਇੱਕ ਲੈਂਗੁਏਜ ਦੀ ਜਾਣਕਾਰੀ ਹੋਣੀ ਜ਼ਰੂਰੀ ਹੈਗੀ ਹੈ। ਹੁਣ ਦੇਖੋ 2 ਕੰਡੀਸ਼ਨਸ ਹੋ ਗਈਆਂ। ਥਰਡ ਕੰਡੀਸ਼ਨਸ ਕੀ ਹੋ ਗਈ, ਜਿਵੇਂ ਕਲਾ ਹੋ ਗਿਆ, ਸਾਹਿਤ ਹੋ ਗਿਆ, ਵਿਗਿਆਨ ਹੋ ਗਿਆ, ਤਾਂ ਮਤਲਬ ਇਹਨਾਂ ਦੇ ਨਾਲ ਰਿਲੇਟ ਜੋ ਮਤਲਬ ਜਾਣਕਾਰੀ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ। ਤਾਂ 3 ਕੰਡੀਸ਼ਨਸ ਹੈਗੀਆਂ। ਦੇਖੋ ਹੁਣ ਬੱਚੇ 8th ਸ਼ਡਿਊਲ ਦੇ ਵਿੱਚ ਜੋ ਬਾਈ ਆਫੀਸ਼ੀਅਲ ਲੈਂਗੁਏਜ ਹੈ ਇਹਦੇ ਵਿੱਚ ਇੰਗਲਿਸ਼ ਲੈਂਗੁਏਜ ਨਹੀਂ ਹੈਗੀ। ਬਾਈ ਆਫੀਸ਼ੀਅਲ ਲੈਂਗੁਏਜ ਦੇ ਵਿੱਚ ਇੰਗਲਿਸ਼ ਲੈਂਗੁਏਜ ਐਡ ਨਹੀਂ ਹੈਗੀ। ਤਾਂ ਨਹੀਂ ਬੱਚੇ ਹੈਗੀ ਹੈ ਐਡ ਬਾਈ ਆਫੀਸ਼ੀਅਲ ਲੈਂਗੁਏਜ ਦੇ ਵਿੱਚ 1 ਲੈਂਗੁਏਜ ਦੀ ਜਾਣਕਾਰੀ ਹੋਣੀ ਕੰਪਲਸਰੀ ਹੈਗੀ ਹੈ। ਤਾਂ ਅੱਗੇ ਹੈਗਾ, ਦੇਖੋ ਬੱਚੇ ਇੱਕ ਐਗਜ਼ਾਮਪਲ ਦਿੰਨੀ ਆ ਤੁਹਾਨੂੰ, ਐਗਜ਼ਾਮਪਲ ਦਿੰਨੀ ਆ ਜਿਵੇਂ ਇਸ ਕੰਡੀਸ਼ਨ ਦੇ ਵਿੱਚ ਕੌਣ ਰਹਿ ਰਿਹਾ। ਤੇ ਜਿਵੇਂ ਇੱਕ ਪਾਕਿਸਤਾਨੀ ਸਿੰਗਰ ਹੈਗਾ, ਪਾਕਿਸਤਾਨੀ ਸਿੰਗਰ ਦਾ ਨਾਮ ਸੀ ਅਦਨਾਮ ਸਾਹਨੀ ਜਿਨ੍ਹਾਂ ਨੇ ਬਹੁਤ ਸਾਰੇ ਗਾਣੇ ਦਿੱਤੇ ਹੈਗੇ ਆ। ਤਾਂ ਅਦਨਾਮ ਸਾਹਨੀ ਇਹ ਸ਼ਾਇਦ 10 years ਤੋਂ ਵੀ ਜ਼ਿਆਦਾ ਇੱਥੇ ਰਹਿ ਰਿਹਾ ਹੈ। ਤਾਂ ਇੱਥੇ ਇਹਨਾਂ ਨੇ ਕੰਡੀਸ਼ਨ ਦੇਖੋ ਫਸਟ ਵੀ ਅਪਲਾਈ ਕੀਤੀ ਹੈ, ਇਹ ਲੈਂਗੁਏਜ ਦੇ ਵੀ ਜਾਣਕਾਰ ਹੈ, ਹਿੰਦੀ ਇੰਗਲਿਸ਼ ਦੇ ਲੈਂਗੁਏਜ ਦੇ ਵੀ ਜਾਣਕਾਰ ਹੈਗੇ ਆ, ਕਲਾ ਦੇ ਵਿੱਚ ਤਾਂ ਹੈਗੀ ਹੈ, ਸਿੰਗਿੰਗ ਦੇ ਵਿੱਚ। ਤਾਂ ਇਹਨਾਂ ਨੇ ਤਿੰਨੋਂ ਕੰਡੀਸ਼ਨਸ ਕੰਪਲੀਟ ਕਰ ਦਿੱਤੀਆਂ। ਤਾਂ ਇਹਨਾਂ ਨੂੰ ਜੋ ਕਿ ਪਾਕਿਸਤਾਨ ਦੇ ਵਿੱਚ ਪਹਿਲੇ ਰਹਿੰਦੇ ਸੀ, ਹੁਣ ਇੰਡੀਆ ਦੀ ਸਿਟੀਜ਼ਨਸ਼ਿਪ ਇਹਨਾਂ ਨੂੰ ਮਿਲ ਚੁੱਕੀ ਹੈ। ਉਮੀਦ ਹੈ ਤੁਹਾਨੂੰ ਇਸ ਐਗਜ਼ਾਮਪਲ ਦੇ ਨਾਲ ਹੋਰ ਵਧੀਆ ਸਮਝ ਆ ਗਈ ਹੋਵੇਗੀ। ਤਾਂ ਗੈਰ ਕਾਨੂੰਨੀ ਪ੍ਰਵਾਸੀ ਨਾ ਹੋਵੇ, ਨੋਟ ਐਜ਼ ਇਲੀਗਲ ਇਮੀਗ੍ਰਾਂਟ। ਠੀਕ ਹੈ, ਇਹਦੇ ਵਿੱਚ ਕੀ ਹੈਗਾ ਕਿ ਗੈਰ ਤਰੀਕੇ ਦੇ ਨਾਲ ਇੱਥੇ ਪ੍ਰਵੇਸ਼ ਨਾ ਕੀਤਾ ਹੋਵੇ, ਤਾਂ ਨਹੀਂ ਤਾਂ ਮਤਲਬ ਜੋ ਕੁਦਰਤੀ ਤੌਰ ਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਉਹ ਦੇਸ਼ ਦਾ ਨਾਗਰਿਕ ਨਾ ਹੋਵੇ ਜਿੱਤੇ ਭਾਰਤੀ ਮੂਲ ਦੇ ਨਾਗਰਿਕਤਾ ਨਾ ਲੈ ਸਕਣ। ਠੀਕ ਹੈ, ਨੈਕਸਟ ਹੈਗਾ ਜੇ ਉਹ ਕਿਸੇ ਦੇਸ਼ ਦਾ ਨਾਗਰਿਕ ਹੈ ਤੇ ਉਹ ਉੱਥੇ ਦੀ ਨਾਗਰਿਕਤਾ ਛੱਡਣ ਦਾ ਹਲਫੀਆ ਬਿਆਨ ਦਿੰਦਾ ਹੈ, ਮਤਲਬ ਐਫੀਡੇਵਿਟ ਦਿੰਦਾ ਹੈਗਾ ਕਿ ਤਿਆਗ ਪੱਤਰ ਦਾ ਕਿ ਮੈਂ ਅੱਗੇ ਦੀ ਨਾਗਰਿਕਤਾ ਪ੍ਰਾਪਤ ਕਰਨੀ ਹੈ। ਜੇ ਉਹ ਇੰਡੀਆ ਦੇ ਵਿੱਚ ਰਹਿ ਰਿਹਾ ਉਹ 12 ਮਹੀਨਿਆਂ ਤੋਂ ਇੰਡੀਆ ਦੀ ਸਰਕਾਰ ਦੇ ਵਿੱਚ ਕੰਮ ਕਰ ਰਿਹਾ ਹੋਵੇ ਤਾਂ ਦੋਨੋਂ ਹੀ ਅਪਲਾਈ ਹੋਏਗੀ। ਮਤਲਬ ਇੱਕ ਹੋਰ ਕਿ ਗੁੱਡ ਕਰੈਕਟਰ ਹੋਣਾ ਚਾਹੀਦਾ ਹੈ, 8th ਸ਼ਡਿਊਲ ਦੇ ਆਧਾਰ ਤੇ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਹੈ, ਵਿਗਿਆਨ ਫਿਲੋਸਫੀ ਸਾਹਿਤ ਕਲਾ ਵਿਸ਼ਵ ਸ਼ਾਂਤੀ ਦੇ ਵਿੱਚ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ, ਹਰ ਨਾਗਰਿਕ ਨੂੰ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਹੋਣ ਦੀ ਸਹੁੰ ਚੁੱਕਣੀ ਚਾਹੀਦੀ ਹੈ, ਬਾਹਰਲਾ ਖੇਤਰ ਭਾਰਤ ਵਿੱਚ ਜੁੜਿਆ ਹੋਵੇ। ਠੀਕ ਹੈ, ਜਦੋਂ ਵੀ ਕੋਈ ਬਾਹਰਲਾ ਖੇਤਰ ਇੰਡੀਆ ਦਾ ਭਾਗ ਬਣਿਆ ਹੋਵੇ ਤਾਂ ਇੰਡੀਅਨ ਜੋ ਗੌਰਮੈਂਟ ਹੈ ਚੁਣਦੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇੰਡੀਅਨ ਸਿਟੀਜ਼ਨਸ਼ਿਪ ਦਿੱਤੀ ਜਾਵੇ। ਹੁਣ ਦੇਖੋ ਬੱਚੇ ਅਸੀਂ ਬਾਈ ਨੈਚੁਰਲਾਈਜੇਸ਼ਨ ਪੜ੍ਹ ਲਈ ਹੈ, ਪਰ ਅਸੀਂ ਇੱਕ ਹੋਰ ਪੜ੍ਹਨਾ ਹੈਗਾ ਜਿਹੜੀ ਕਿ 5th ਕੰਡੀਸ਼ਨ ਦੇ ਆਧਾਰ ਤੇ ਅਸੀਂ ਲੈ ਸਕਦੇ ਹਾਂ। ਉਹ ਕੀ ਹੈਗਾ ਬੱਚੇ, ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ, ਮਤਲਬ ਕਿਸੇ
ਖੇਤਰ ਦੇ ਸਮਾਵੇਸ਼ ਤੋਂ, ਕਿਸੇ ਖੇਤਰ ਦੇ ਸਮਾਵੇਸ਼ ਤੋਂ। ਹੁਣ ਦੇਖੋ ਇਹਦੇ 'ਚ ਤੁਹਾਨੂੰ ਜਿਵੇਂ ਇੱਕ ਐਗਜ਼ਾਮਪਲ ਹੈ ਸਿੱਕਿਮ। ਸਿੱਕਿਮ ਇੱਕ ਐਗਜ਼ਾਮਪਲ ਹੈਗੀ ਹੈ ਬੱਚੇ। ਇਹ ਇੰਡੀਆ ਦੇ ਵਿੱਚ ਕਿਹੜੀ ਈਅਰ ਨੂੰ ਐਡ ਹੋਇਆ ਸੀ? 16 ਮਈ 1975 ਦੇ ਵਿੱਚ। ਦੇਖੋ ਪਹਿਲਾਂ ਇਹ ਇੱਥੇ ਇੱਕ ਵੰਸ਼ ਸੀ 16 ਮਈ 1975 ਦੇ ਵਿੱਚ ਇਹ ਇੰਡੀਆ ਦੇ ਵਿੱਚ ਐਡ ਹੋਇਆ। ਇੱਥੇ ਵੰਸ਼ ਸੀਗਾ ਬੱਚੇ ਨਾਮਗਿਆਲ ਵੰਸ਼, ਠੀਕ ਹੈ। ਨਾਮਗਿਆਲ ਵੰਸ਼ ਸੀ, ਉੱਥੋਂ ਦਾ ਇੱਕ ਕੋਈ ਰਾਜਾ ਸੀਗਾ, ਐਵੇਂ ਦਾ ਹੀ ਸੀਗਾ, ਚੁੰਗਿਆਲ ਵੰਸ਼, ਠੀਕ ਹੈ। ਚੁੰਗਿਆਲ ਰਾਜਾ ਸੀਗਾ। ਤਾਂ ਕੀ ਹੋਇਆ, ਮਤਲਬ ਇਹ ਇੰਡੀਆ ਦੇ ਵਿੱਚ ਐਡ ਹੋ ਗਿਆ ਤਾਂ ਇਹਦੇ ਮਹਿਲ ਦੇ ਸਾਹਮਣੇ ਰਾਜ ਵਿਰੋਧੀ ਜੋ ਦੰਗੇ ਹੋਏ ਸੀਗੇ। ਫਿਰ 1975 ਦੇ ਵਿੱਚ ਇੰਡੀਅਨ ਸੈਨਾ ਨੇ ਜੋ ਇੱਥੋਂ ਦੇ ਇੱਕ ਗੰਗਟੋਕ ਹੈਗਾ ਸਿਟੀ, ਉਹਦੇ ਤੇ ਜੋ ਕੈਪਚਰ ਕਰ ਲਿਆ ਸੀਗਾ ਇੰਡੀਅਨ ਸੈਨਾ ਨੇ ਸਿੱਕਿਮ ਦੇ ਗੰਗਟੋਕ ਜ਼ਿਲ੍ਹੇ ਤੇ ਜਾਂ ਸਿਟੀ ਲੈ ਲਓ, ਠੀਕ ਹੈ। ਆਪਣਾ ਕਬਜ਼ਾ ਕਰਕੇ ਹੌਲੀ ਇਸ ਤਰ੍ਹਾਂ ਹੌਲੀ ਕਰਕੇ 16 ਮਈ 1975 ਨੂੰ ਸਿੱਕਿਮ ਨੂੰ ਇੰਡੀਆ ਦੇ ਵਿੱਚ ਐਡ ਕੀਤਾ ਗਿਆ, ਜਿਹੜਾ ਕਿ 22 ਜੋ 22ਵਾਂ ਹੈਗਾ ਸੀਗਾ ਜੋ ਰਾਜ ਹੈਗਾ ਸੀਗਾ, ਇਹ ਬਣਿਆ ਸੀਗਾ ਸਿੱਕਿਮ। ਇਹ ਹੋ ਗਈ, ਇਹ ਤੁਹਾਨੂੰ ਐਗਜ਼ਾਮਪਲ ਇਸ ਲਈ ਦੱਸਣੀ ਹੈ ਕਿ ਪਹਿਲੇ ਇਹ ਆਊਟਰ ਪਾਰਟ ਸੀਗਾ ਇੰਡੀਆ ਦਾ, ਤੇ ਇੰਡੀਆ ਦੇ ਵਿੱਚ ਐਡ ਹੈ 1975 ਦਾ। ਤਾਂ ਇਹਦੇ ਵਿੱਚ ਐਗਜ਼ਾਮਪਲ ਕੀ ਦੇਣਾ ਚਾਹੁੰਦੀ ਹਾਂ ਮੈਂ, ਦੇਖੋ ਸਪੋਜ਼ ਇਹ ਇੰਡੀਆ ਹੈਗਾ, ਠੀਕ ਹੈ, ਇੰਡੀਆ ਹੈ ਤਾਂ ਸਿੱਕਿਮ ਇੱਥੇ ਹੈਗਾ, ਠੀਕ ਹੈ। ਪਹਿਲਾਂ ਆਊਟਰ ਪਾਰਟ ਸੀਗਾ, ਹੁਣ ਦੇਖੋ ਇੱਧਰ ਵਾਲਾ ਪਾਰਟ ਹੈਗਾ, ਤਾਂ ਇੰਡੀਆ ਵਾਲਾ ਪਾਰਟ ਹੋ ਗਿਆ। ਤਾਂ ਹੁਣ ਜਿਹੜੇ ਇੱਥੋਂ ਦੇ ਲੋਕਾਂ ਨੂੰ ਇਹ ਕੰਡੀਸ਼ਨਸ ਦਿੱਤੀ ਕਿ ਉਹ ਇੰਡੀਆ ਦੇ ਵਿੱਚ ਵੀ ਆ ਕੇ ਰਹਿ ਸਕਦੇ ਆ, ਅਦਰ ਕੰਟਰੀ ਦੇ ਵਿੱਚ ਵੀ ਜਾ ਕੇ ਰਹਿ ਸਕਦੇ ਹੈਗੇ ਆ, ਠੀਕ ਹੈ। ਤਾਂ ਉਹਨਾਂ ਇੱਥੇ 5th ਜੋ ਇੱਦਾਂ ਦੇ ਕੋਈ ਵੀ ਸਟੇਟ ਐਡ ਹੁੰਦੇ ਆ ਜਾਂ ਬਾਹਰਲਾ ਆਊਟਰ ਕੋਈ ਵੀ ਏਰੀਆ ਐਡ ਹੁੰਦਾ ਇੰਡੀਆ ਦੇ ਵਿੱਚ, ਤਾਂ ਉੱਥੋਂ ਦੇ ਜੋ ਲੋਕ ਹੈਗੇ ਆ ਤਾਂ ਉਹਨਾਂ ਨੂੰ ਕੋਈ ਧੱਕਾ ਨਹੀਂ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਹੀ ਆ ਕੇ ਵਸਣਾ ਹੈਗਾ। ਤਾਂ ਉਹਨਾਂ ਦੀ ਮਰਜ਼ੀ ਹੁੰਦੀ ਹੈ ਕਿ ਉਹ ਇੰਡੀਆ ਦੇ ਵਿੱਚ ਆ ਕੇ ਮਤਲਬ ਰਹਿ ਸਕਦੇ ਆ। ਤਾਂ ਉਹਨਾਂ ਨੂੰ ਕੀ ਕੰਡੀਸ਼ਨਸ ਅਪਲਾਈ ਕਰਨੀਆਂ ਪੈਣਗੀਆਂ, ਉਹ 5th ਦੇ ਵਿੱਚ ਹੈਗਾ ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ, ਕਿਸੇ ਖੇਤਰ ਦੇ ਸਮਾਵੇਸ਼ ਤੇ। ਉਮੀਦ ਹੈ ਸਮਝ ਆ ਗਈ ਹੋਏਗੀ। ਅਸੀਂ ਨੈਕਸਟ ਚੱਲਦੇ ਹਾਂ, ਜਿਹਦੇ ਵਿੱਚ ਕੀ ਹੈਗਾ ਨਾਗਰਿਕਤਾ ਛੱਡਣ ਜਾਂ ਖਤਮ ਹੋਣ ਦੇ 3 ਤਰੀਕੇ। ਤਾਂ ਕਿਹੜੇ ਤਰੀਕੇ ਦੇ ਨਾਲ ਨਾਗਰਿਕਤਾ ਜੋ ਛੱਡੀ ਜਾ ਸਕਦੀ ਹੈ? ਤਾਂ 3 ਤਰੀਕੇ ਹੈਗੇ ਆ। ਬਾਈ ਜੋ ਹੈਗਾ ਰੈਨਿਊਨੀਕੇਸ਼ਨ, ਮਤਲਬ ਕਿ ਬਿਨਾਂ ਬੇਨਤੀ ਪੱਤਰ ਰਾਹੀਂ ਛੱਡਣਾ। ਕਹਿੰਦੇ ਕੋਈ ਵੀ ਨਾਗਰਿਕ ਬੇਨਤੀ ਪੱਤਰ ਦੇ ਕੇ ਨਾਗਰਿਕਤਾ ਛੱਡ ਸਕਦਾ ਹੈ, ਪਰ ਇਹ ਬੇਨਤੀ ਪੱਤਰ ਜੰਗ ਦੇ ਸਮੇਂ ਨਾ ਦਿੱਤੀ ਜਾਵੇ। ਮਤਲਬ ਜਦੋਂ ਜੋ ਵੋਰ ਚੱਲ ਰਿਹਾ, ਯੁੱਧ ਚੱਲ ਰਿਹਾ, ਤਾਂ ਉਸ ਟਾਈਮ ਨਾ ਦਿੱਤੀ ਜਾਏ, ਬਾਕੀ ਬੇਨਤੀ ਪੱਤਰ ਦੇ ਕੇ ਛੱਡ ਸਕਦੇ ਹੈਗੇ ਆ। ਨੈਕਸਟ ਹੈਗਾ ਜਦੋਂ ਇਹ ਨਾਗਰਿਕਤਾ ਖਤਮ ਹੋਵੇਗੀ ਤਾਂ ਨਾਬਾਲਿਗ ਬੱਚੇ ਦੀ ਵੀ ਨਾਗਰਿਕਤਾ ਖਤਮ ਹੋ ਜਾਂਦੀ ਹੈ, ਪਰ ਜਦੋਂ ਇਹ ਬੱਚਾ 18 ਈਅਰਸ ਤੋਂ ਉੱਪਰ ਹੋ ਜਾਂਦਾ ਹੈ ਤਾਂ ਇਹ ਬੱਚਾ ਨਾਗਰਿਕਤਾ ਲੈਣ ਲਈ ਬਿਨੇ ਪੱਤਰ ਦੇ ਸਕਦਾ ਹੈ। ਮਤਲਬ ਉਹਦੇ ਲਈ ਫਿਰ ਅਲੱਗ ਤੋਂ ਜੋ ਅਪਲਾਈ ਕਰ ਉਸ ਨੂੰ ਕੰਡੀਸ਼ਨਸ ਅਪਲਾਈ ਕਰਨੀਆਂ ਪੈਣੀਆਂ। ਨੈਕਸਟ ਹੈਗਾ ਬਾਈ ਟਰਮੀਨੇਸ਼ਨ। ਟਰਮੀਨੇਸ਼ਨ ਵਿੱਚ ਕੀ ਹੈਗਾ, ਜੇਕਰ ਉਹਨੂੰ ਫੋਰਨ ਦੀ ਸਿਟੀਜ਼ਨਸ਼ਿਪ ਦੇ, ਅਸੀਂ ਦੇਖਦੇ ਹਾਂ ਕਿ ਵਿਦੇਸ਼ ਵਿੱਚ ਜਾਂਦੇ ਆ ਬੱਚੇ, ਠੀਕ ਹੈ, ਉੱਥੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਤਾਂ ਇੱਥੋਂ ਦੀ ਆਟੋਮੈਟਿਕ ਉਹਨਾਂ ਦੀ ਸਿਟੀਜ਼ਨਸ਼ਿਪ ਰੱਦ ਹੋ ਜਾਏਗੀ, ਖਤਮ ਹੋ ਜਾਏਗੀ। ਨੈਕਸਟ ਹੈਗਾ ਲਾਜ਼ਮੀ ਖਤਮ ਹੋਣਾ। ਲਾਜ਼ਮੀ ਖਤਮ ਹੋਣ ਦਾ ਮਤਲਬ ਪੱਕੇ ਤੌਰ ਤੇ ਖਤਮ ਹੋ ਜਾਂਦੀ, ਮਤਲਬ ਅਗੇਨ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ, ਇਹ ਮਤਲਬ ਹੈਗਾ ਲਾਜ਼ਮੀ ਖਤਮ ਹੋਣ ਦਾ। ਇਹਦੇ ਵਿੱਚ ਕੀ ਹੈਗਾ, ਜੇਕਰ ਉਹ ਸੰਵਿਧਾਨ ਦੇ ਪ੍ਰਤੀ ਵਫਾਦਾਰ ਨਹੀਂ ਹੈਗਾ, ਜਿਸਨੇ ਇੰਡੀਅਨ ਸਿਟੀਜ਼ਨਸ਼ਿਪ ਗਲਤ ਤਰੀਕੇ ਨਾਲ ਲਈ ਹੋਵੇ, ਜੰਗ ਸਮੇਂ ਦੁਸ਼ਮਣ ਦੇਸ਼ ਨਾਲ ਸਾਂਝ ਰੱਖੀ ਹੋਵੇ, ਤਾਂ ਕਰਕੇ ਡੈਪਰੀਵੇਸ਼ਨਸ ਜੋ ਲਾਜ਼ਮੀ ਉਹਨਾਂ ਦੀ ਖਤਮ ਹੋ ਜਾਏਗੀ। ਰਾਜਕ੍ਰਿਤ ਨਾਗਰਿਕਤਾ ਲੈਣ ਦੇ 5 ਸਾਲ ਦੇ ਵਿੱਚ 2 ਸਾਲ ਕਿਸੇ ਵੀ ਮੁਲਕ ਦੇ ਵਿੱਚ ਜੇਲ੍ਹ ਕੱਟੀ ਹੋਵੇ, ਲਗਾਤਾਰ 7 ਸਾਲ ਤੋਂ ਕਿਸੇ ਵੀ ਦੇਸ਼ ਵਿੱਚ ਰਹਿ ਰਿਹਾ ਹੋਵੇ। ਤਾਂ ਨੈਕਸਟ ਹੈਗਾ ਬੱਚੇ ਨਾਗਰਿਕਤਾ ਸਮਾਪਤ ਕਿਵੇਂ ਹੁੰਦੀ ਹੈ?
ਮਤਲਬ ਹਾਊ ਟੂ ਐਂਡ ਸਿਟੀਜ਼ਨਸ਼ਿਪ ਲੰਬੀ ਗੈਰ ਹਾਜ਼ਰੀ ਹੋਵੇ ਤਾਂ ਕਰਕੇ ਨਾਗਰਿਕਤਾ ਸਮਾਪਤ ਹੋ ਜਾਂਦੀ ਹੈ। ਦੋਹਰੀ ਨਾਗਰਿਕਤਾ ਨਹੀਂ ਮਿਲ ਸਕਦੀ, ਜਿਹੜਾ ਇੰਡੀਆ ਇਜ਼ ਆ ਸਿੰਗਲ ਸਿਟੀਜ਼ਨਸ਼ਿਪ, ਇੰਡੀਆ ਦੇ ਵਿੱਚ ਇੱਕ ਸਿੰਗਲ ਸਿਟੀਜ਼ਨਸ਼ਿਪ ਹੈਗੀ ਹੈ, ਦੋਹਰੀ ਨਾਗਰਿਕਤਾ ਨਹੀਂ ਹੈਗੀ। ਤਾਂ ਨੈਕਸਟ ਹੈਗਾ ਦੇਸ਼ ਦਰੋਹੀ ਅਤੇ ਫੌਜੀ ਭਗੌੜੇ, ਉਹਨਾਂ ਦੀ ਜੋ ਖੋਹ ਲਈ ਜਾਂਦੀ ਹੈ ਸਿਟੀਜ਼ਨਸ਼ਿਪ, ਜੇਕਰ ਉਹ ਸਵੈ ਤਿਆਗ ਦਿੰਦਾ ਹੈ, ਸੈਲਫ ਜੋ ਤਿਆਗ ਦਿੰਦਾ ਹੈ ਤਾਂ ਉਹਨਾਂ ਦੀ ਰੱਦ ਹੋ ਜਾਏਗੀ। ਦੇਖੋ ਬੱਚੇ, ਅਸੀਂ ਕੁਐਸਚਨ ਕਰਨ ਤੋਂ ਪਹਿਲੇ ਸਾਡੇ ਲਈ ਜੋ ਜਾਣਨਾ ਜ਼ਰੂਰੀ ਹੈ, ਜਿਵੇਂ NRIs ਹੋ ਗਏ ਤਾਂ ਉਹਨਾਂ ਨੂੰ ਕੀ ਕੀ ਰਾਈਟਸ ਮਿਲਦੇ ਹੈਗੇ ਆ ਇੰਡੀਆ ਦੀ ਸਿਟੀਜ਼ਨਸ਼ਿਪ ਦੇ, ਤਾਂ ਅਸੀਂ ਉਹ ਪੜਾਂਗੇ। ਤਾਂ ਸਭ ਤੋਂ ਪਹਿਲੇ ਹੁਣ ਦੇਖੋ ਬੱਚੇ, ਅਸੀਂ ਮੇਨ ਜੋ ਹੈਗਾ ਕਿਹੜੀ ਕੰਟਰੀ ਤੋਂ ਜੋ ਆਪਾਂ ਲਿਆ ਸਿਟੀਜ਼ਨਸ਼ਿਪ, ਤਾਂ ਬ੍ਰਿਟੇਨ ਤੋਂ। ਠੀਕ ਹੈ, ਫਸਟ ਹੋ ਗਿਆ ਬ੍ਰਿਟੇਨ ਤੋਂ ਲਿਆ ਹੈ। ਤਾਂ ਨੈਕਸਟ ਹੈਗਾ ਕਿੰਨੇ ਪ੍ਰਕਾਰ, ਜੋ ਇਕਹਿਰੀ ਨਾਗਰਿਕਤਾ ਹੈ ਮੈਂ ਤੁਹਾਨੂੰ ਦੱਸਿਆ। ਠੀਕ ਹੈ, ਇਕਹਿਰੀ ਨਾਗਰਿਕਤਾ ਹੈਗਾ। ਅਧਿਨਿਯਮ ਕਦੋਂ ਬਣਿਆ? 1955 ਦੇ ਵਿੱਚ। ਫਸਟ ਅਮੈਂਡਮੈਂਟ ਕਦੋਂ ਹੋਈ? 1986 ਦੇ ਵਿੱਚ। ਇਹ ਸਾਡੇ ਲਈ ਇੰਪੋਰਟੈਂਟ ਪੁਆਇੰਟਸ ਹੈਗੇ ਆ। ਠੀਕ ਹੈ, ਕਿੰਨੇ ਟਾਈਪਸ ਦੇ ਨਾਲ ਜੋ ਹੈਗਾ ਸਾਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ? 5 ਟਾਈਪਸ ਦੇ ਨਾਲ। ਮਤਲਬ ਕੌਣ, ਸੰਸਦ ਦਾ ਕਿਹੜਾ ਮੰਤਰਾਲਾ ਜੋ ਬਣਾ ਸਕਦਾ ਹੈ? ਹੋਮ ਮਿਨਿਸਟਰੀ ਨੂੰ ਰਾਈਟ ਹੈਗੇ ਹੈ ਜੋ ਸਿਟੀਜ਼ਨਸ਼ਿਪ ਦੇ ਵਿੱਚ ਅਮੈਂਡਮੈਂਟਸ ਕਰਨੀ ਹੈ, ਰੂਲ ਲੈ ਕੇ ਆਉਣੀ ਹੈ, ਕੁਛ ਵੀ ਐਡ ਕਰਨਾ ਹੈਗਾ ਤਾਂ ਹੋਮ ਮਿਨਿਸਟਰੀ ਨੂੰ ਹੈਗਾ। ਤਾਂ ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈਗੇ ਹੈ। ਤਾਂ ਅਸੀਂ ਇਹਨਾਂ ਨੂੰ ਇਰੇਜ਼ ਕਰਕੇ, ਤਾਂ ਬੱਚੇ ਅਸੀਂ ਹੁਣ ਕਰਦੇ ਹਾਂ ਕਿ ਜਿਵੇਂ ਕਿ NRI ਹੋ ਗਿਆ, ਤਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਰਹਿਣ ਦੇ ਲਈ ਕੀ ਰਾਈਟ ਅਪਲਾਈ ਹੈਗੇ ਹੈ, ਕਿ ਉਹ ਵੀ ਜੋ ਪਾਰਟੀਸਪੇਟ ਕਰ ਸਕਦੇ ਹੈ ਵੋਟਾਂ ਦੇ ਵਿੱਚ ਜਾਂ ਜੋ ਵੀ ਹੈਗਾ। ਤਾਂ ਪਹਿਲੇ ਅਸੀਂ ਇਹਨਾਂ ਦੀ ਫੁੱਲ ਫਾਰਮ ਪੜ੍ਹਦੇ ਹਾਂ ਬੱਚੇ, ਜਿਵੇਂ NRI ਹੋ ਗਿਆ, PIO, ਇੱਕ ਹੈਗਾ OCI। ਇਹ ਅਸੀਂ ਤਿੰਨੋਂ ਪੜਾਂਗੇ, ਕੰਪੇਅਰ ਕਰਕੇ ਪੜਾਂਗੇ ਤਾਂ ਕਿ ਸਾਨੂੰ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਏ। ਤਾਂ ਬੱਚੇ, ਸਭ ਤੋਂ ਪਹਿਲਾਂ ਜੋ NRI ਹੈਗਾ ਉਹ ਕੀ ਹੈਗਾ, ਇਹਦੀ ਕੀ ਫੁੱਲ ਫਾਰਮ ਹੈਗੀ ਹੈ? ਨੌਨ ਰੈਜ਼ੀਡੈਂਟ ਆਫ ਇੰਡੀਆ। ਨੌਨ ਰੈਜ਼ੀਡੈਂਟ ਆਫ ਇੰਡੀਆ। PIO ਕੀ ਹੈਗਾ? ਪਰਸਨ ਆਫ ਇੰਡੀਅਨ origin, person of Indian origin। OCI ਕੀ ਹੈ ਬੱਚੇ? overseas of citizen of India, overseas citizens of India। ਦੇਖੋ ਬੱਚੇ, ਹੁਣ NRI ਕੀ ਹੈਗਾ? non resident of India। ਜਿਹੜਾ ਬੰਦਾ, ਧਿਆਨ ਨਾਲ ਸਮਝੋ, ਇੱਥੇ ਜੋ ਸਪੇਸ ਨਹੀਂ ਹੈ, ਇਹ ਤੁਸੀਂ ਧਿਆਨ ਨਾਲ ਸੁਣਨਾ ਹੈਗਾ। ਕਹਿੰਦੇ ਜਿਹੜਾ ਬੰਦਾ ਬਾਹਰ ਰਹਿ ਰਿਹਾ ਹੈ, ਠੀਕ ਹੈ, ਇੰਡੀਆ ਤੋਂ ਕਿੰਨੇ? 183 ਡੇਜ਼, ਮਤਲਬ ਲਗਾਤਾਰ 6 ਮੰਥ ਓਕੇ ਬੱਚੇ ਰਹਿ ਰਿਹਾ ਹੈ, ਤਾਂ ਉਹ ਪਰਸਨ ਕੀ ਕਹਿਲਾਏਗਾ? NRI ਕਹਿਲਾਏਗਾ। ਠੀਕ ਹੈ, ਇਹਦੇ ਵਿੱਚ ਕੀ ਹੈਗਾ? ਇਹਨਾਂ ਨੂੰ ਕੀ ਹੈਗਾ? ਇਨਕਮ ਟੈਕਸ ਡਿਪਾਰਟਮੈਂਟ ਇਹ ਡਿਸਾਈਡ ਕਰਦਾ ਹੈ ਕਿ ਇਹ NRI ਹੈ ਜਾਂ ਨਹੀਂ ਹੈ। ਇੱਕ ਜੋ ਮਤਲਬ ਇੱਕ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ, ਇਹ ਪਾ ਸਕਦੇ ਨੇ ਵੋਟ। ਠੀਕ ਹੈ, ਹੁਣ ਅੱਗੇ ਅਸੀਂ PIO ਹੈਗਾ, ਜਿਹੜਾ ਕਿ ਇੱਕ ਕਾਰਡ ਹੈ, PIO ਇੱਕ ਕਾਰਡ ਹੈਗਾ, ਮਤਲਬ ਇੱਕ ਪਾਸਪੋਰਟ ਦੀ ਤਰ੍ਹਾਂ ਜੋ ਕਾਰਡ ਹੁੰਦਾ ਹੈਗਾ ਉਹ ਸ਼ੋ ਹੁੰਦਾ, ਉਹਦੇ ਉੱਪਰ ਲਿਖਿਆ ਹੁੰਦਾ ਪਰਸਨ ਆਫ ਇੰਡੀਅਨ origin। ਇਹ ਕੀ ਹੁੰਦਾ ਹੈ ਬੱਚੇ? ਕਹਿੰਦੇ ਕਿਸੇ ਪਰਸਨ ਦਾ ਜਨਮ ਜਾਂ ਉਸਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੰਡੀਆ ਦੇ ਨੇ ਜਾਂ ਖੁਦ ਪੈਦਾ ਹੋਏ ਨੇ, ਲੇਕਿਨ ਉਹ ਅੱਜ ਦੇ ਟਾਈਮ ਬਾਹਰ ਰਹਿ ਰਿਹਾ ਹੈ, ਤਾਂ 2005 ਦੇ ਵਿੱਚ ਇਹ ਬੱਚੇ ਮਰਜ ਕਰ ਦਿੱਤਾ ਸੀਗਾ OCI ਦੇ ਵਿੱਚ। ਹੁਣ OCI ਕੀ ਹੈ ਬੱਚੇ? ਓਵਰਸੀਜ਼ ਆਫ ਸਿਟੀਜ਼ਨਸ ਆਫ ਇੰਡੀਆ। ਇਹ ਵੀ ਇੱਕ ਮਤਲਬ ਕਾਰਡ ਹੁੰਦਾ ਹੈ। ਹਾਂਜੀ ਬੱਚੇ, ਅਸੀਂ ਪੜ੍ਹ ਰਹੇ ਸੀਗੇ OCI, ਓਵਰਸੀਜ਼ ਆਫ ਸਿਟੀਜ਼ਨ ਆਫ ਇੰਡੀਆ। ਇਹ ਕੀ ਹੁੰਦਾ ਬੱਚੇ? ਇਹ PIO ਔਰ OCI ਇਹ ਦੋਨੋਂ ਮਰਜ ਹੋ ਗਏ ਸੀਗੇ 2015 ਦੇ ਵਿੱਚ। ਹੁਣ ਦੇਖੋ OCI ਨੂੰ ਕੀ ਜੋ ਅਥਾਰਟੀ ਦਿੱਤੀ ਗਈ ਹੈ, ਰਾਈਟਸ ਦਿੱਤੇ ਗਏ ਹੈਗੇ, ਇਹ ਵੋਟ ਨਹੀਂ ਪਾ ਸਕਦੇ।
ਜਿਵੇਂ NRI ਸਿਰਫ ਵੋਟ ਪਾ ਸਕਦਾ, ਪਰ ਐਵੇਂ ਦੀ ਹੁਣ ਹਾਲੇ ਤੱਕ ਜੋ ਮਤਲਬ ਨਹੀਂ ਦਿੱਤੀ ਪਾਵਰ, ਜਾਂ ਐਵੇਂ ਦੇ ਨਹੀਂ ਟੈਕਨੀਕ ਆਈ ਕਿ ਇਹ ਵੋਟ ਪਾ ਸਕਣ, ਪਰ ਇਹ ਵੋਟ ਪਾ ਸਕਦੇ ਨੇ। ਤਾਂ ਇਹ ਦੋਨੋਂ ਵੋਟ ਨਹੀਂ ਪਾ ਸਕਦੇ, ਠੀਕ ਹੈ। ਔਰ OCI ਵਾਲੇ ਐਗਰੀਕਲਚਰ ਵੀ ਪਰਚੇਜ਼ ਨਹੀਂ ਕਰ ਸਕਦੇ, ਇੰਡੀਆ ਦੇ ਵਿੱਚ ਰਹਿ ਸਕਦੇ ਹੈ, ਠੀਕ ਹੈ। ਇਸ ਕਾਰਡ ਦੇ ਆਧਾਰ 'ਤੇ ਇਹਨਾਂ ਨੂੰ ਮਤਲਬ ਕਿ ਟਰੀਟ ਐਜ਼ ਆ ਇੰਡੀਅਨ ਵਜੋਂ ਹੀ ਕੀਤਾ ਜਾਂਦਾ ਹੈ। ਸਪੋਜ਼ ਜਿਵੇਂ ਕਿ ਕਿਤੇ ਜੋ ਘੁੰਮਣ ਲਈ ਜਾਂਦੇ ਹੈ, ਕੋਈ ਵੀ ਹਿਸਟੋਰੀਕਲ ਪਲੇਸ ਜਾਂ ਕੋਈ ਕਿਸੇ ਵੀ ਸਥਾਨ 'ਤੇ, ਤਾਂ ਜਿੱਦਾਂ ਬਾਕੀ ਜਿਹੜੇ ਫੋਰਨਰ ਹੁੰਦੇ ਹੈ ਉਹਨਾਂ ਤੋਂ ਜ਼ਿਆਦਾ ਕਿਰਾਇਆ ਲਿਆ ਜਾਂਦਾ ਹੈ, ਪਰ ਜਿਵੇਂ ਇਹ NRI ਹੋ ਗਏ, PI ਹੋ ਗਏ, OCI ਹੋ ਗਏ, ਤਾਂ ਇਹਨਾਂ ਨੂੰ ਐਜ਼ ਆ ਇੰਡੀਅਨ ਵਜੋਂ ਹੀ ਟਰੀਟ ਕੀਤਾ ਜਾਂਦਾ। ਤਾਂ ਉਮੀਦ ਹੈ ਤੁਹਾਨੂੰ ਤਿੰਨੋਂ ਸਮਝ ਆ ਗਏ ਹੋਣਗੇ। ਅਸੀਂ ਬਾਕੀ ਕੱਲ ਨੂੰ ਕਰਾਂਗੇ। ਇਹਦੇ ਵਿੱਚ ਹਾਲੇ ਸਿਟੀਜ਼ਨਸ਼ਿਪ ਵਿੱਚ ਜੋ ਪਿਆ ਅਕਾਊਂਟਸ ਹੁੰਦੇ ਹੈਗੇ ਆ, ਜਿਵੇਂ NRO ਹੋ ਗਿਆ, ਜੋ ਫੀਮਾ ਦੇ ਵਿੱਚ ਬਣੇ ਸੀਗੇ NRI, FC, NR, ਤਾਂ ਇਹ ਅਕਾਊਂਟਸ ਇੱਕ ਫੋਰਨਰ ਨੂੰ ਜਿਵੇਂ ਕਿ ਇੰਡੀਆ ਦੇ ਵਿੱਚ ਪੈਸੇ ਭੇਜਣੇ ਆ, ਤਾਂ ਕਿਸ ਟਾਈਪ ਦੇ ਨਾਲ ਕਿਹੜੇ ਕਿਹੜੇ ਅਕਾਊਂਟ ਇਹ ਹੁੰਦੇ ਹੈਗੇ ਆ, ਨਾਲ ਹੀ MCQ ਵੀ ਪੈਂਡਿੰਗ ਹੈਗੇ ਆ ਤੁਹਾਡੇ, ਤਾਂ ਉਹ ਅਸੀਂ ਕੱਲ ਨੂੰ ਕਰਾਂਗੇ। ਤਾਂ ਥੈਂਕ ਯੂ ਸੋ ਮੱਚ। ਜੇਕਰ ਕੋਈ ਵੀ ਕੁਆਇਰੀ ਹੈਗੀ ਹੈ ਬੱਚੇ, ਤਾਂ ਤੁਸੀਂ ਪੁੱਛ ਸਕਦੇ ਹੋ, ਕਮੈਂਟ ਕਰਕੇ ਪੁੱਛ ਸਕਦੇ ਹੋ, ਕਾਲ ਕਰਕੇ ਪੁੱਛ ਸਕਦੇ ਹੋ। ਤਾਂ ਥੈਂਕ ਯੂ ਸੋ ਮੱਚ, ਕੱਲ ਮਿਲਦੇ ਹਾਂ, ਟੇਕ ਕੇਅਰ।